ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਸ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਭਲੀ ਭਾਂਤ ਜਾਣਦੇ ਜੋ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਉਹ ਵਿਸ਼ੇ ਲੈਂਦੇ ਹਾਂ ਜਿਹੜੇ ਵਿਸ਼ੇ ਖਾਸ ਤੌਰ 'ਤੇ ਬਾਹਰਲੇ ਦੇਸ਼ਾਂ ਵਿੱਚ ਵੀ ਵਾਪਰਦੇ ਨੇ ਔਰ ਸਾਡੇ ਇਸ ਪੰਜਾਬ ਦੇ ਸੂਬੇ ਵਿੱਚ ਵੀ। ਅਤੇ ਅੱਜ ਅਸੀਂ ਉਹ ਵਿਸ਼ਾ ਲਵਾਂਗੇ ਜਿਹੜਾ ਤੁਸੀਂ ਉਹਨੂੰ ਸੁਣਨਾ ਚਾਹੁੰਦੇ ਜੇ। ਔਰ ਮੇਰੇ ਨਾਲ ਬੈਠੇ ਨੇ ਖੰਨਾ ਜੀ। ਅਤੇ ਖੰਨਾ ਜੀ ਦੱਸੋ ਕਿ ਉਹ ਕਿਹੜਾ ਵਿਸ਼ਾ ਜਿਹੜਾ ਅਸੀਂ ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੇ। ਬਿਲਕੁਲ ਜੀ, ਗੱਲ ਸ਼ੁਰੂ ਕਰਦੇ ਹਾਂ ਆਪਾਂ ਅਮਰੀਕਾ ਦੀ ਧਰਤੀ ਤੋਂ ਹੀ। ਜੀ, ਗਨ ਕਲਚਰ ਦੀ ਅਸੀਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਅਤੇ ਕਈ ਥਾਂ ਦੇ ਉੱਤੇ ਮਤਲਬ ਗੈਰ ਲਾਇਸੈਂਸੀ ਹਥਿਆਰ ਵੀ ਰੱਖੇ ਹੋਏ ਨੇ। ਉਹਨਾਂ ਨੇ ਲੋਡਿਡ ਹੈਂਡ ਗਨਸ ਲੈ ਕੇ ਆਮ ਘੁੰਮਦੇ ਨੇ। ਸੋ ਇਹਦੇ ਨਾਲ ਨੈਚੁਰਲੀ ਖਤਰਾ ਤਾਂ ਹੈ ਹੀ ਹੈ, ਕਿਸੇ ਵਕਤ ਵੀ ਕੁਝ ਵੀ ਹੋ ਸਕਦਾ ਹੈ। ਗੱਲ ਇਹ ਹੈ ਕਿ ਇਨਸਾਨ ਨੂੰ ਆਪਣੇ ਸੁਭਾਅ ਦੇ ਉੱਤੇ ਕਿੰਨਾ ਕਾਬੂ ਹੈ। ਜੇ ਲਾਇਸੈਂਸੀ ਹਥਿਆਰ ਵੀ ਹੋਵੇ ਤੁਹਾਡੇ ਕੋਲ ਪਰ ਸੁਭਾਅ ਦੇ ਉੱਤੇ ਕਾਬੂ ਨਹੀਂ ਹੈ, ਤੁਸੀਂ ਕਾਹਲੇ ਪੈਂਦੇ ਹੋ, ਗੁੱਸੇ 'ਚ ਆ ਜਾਂਦੇ ਹੋ, ਆਪਣੇ ਆਪ 'ਤੇ ਕੰਟਰੋਲ ਨਹੀਂ ਰਹਿੰਦਾ, ਤਾਂ ਤੁਸੀਂ ਲਾਇਸੈਂਸੀ ਹਥਿਆਰ ਨਾਲ ਵੀ ਫਾਇਰਿੰਗ ਕਰ ਸਕਦੇ ਹੋ। ਇਹ ਤਾਂ ਗੈਰ ਲਾਇਸੈਂਸੀ ਹਥਿਆਰ ਲੈ ਕੇ ਘੁੰਮਦੇ ਨੇ, ਲੋਡਿਡ ਗਨਸ ਲੈ ਕੇ ਘੁੰਮਦੇ ਨੇ ਅਤੇ ਉੱਤੋਂ ਸੁਭਾਅ ਜਿਹੜੇ ਨੇ ਉਹ ਲੜਾਕੇ, ਹਰ ਗੱਲ 'ਤੇ ਲੜ ਪੈਣਾ ਔਰ ਸਹਿਣ ਸ਼ਕਤੀ ਨਹੀਂ ਹੈਗੀ, ਤਾਂ ਕਿਸੇ ਵੀ ਗੱਲ ਦੇ ਉੱਤੇ ਫਾਇਰਿੰਗ ਹੋ ਸਕਦੀ ਹੈ। ਅਤੇ ਗਨ ਕਲਚਰ ਜਿਹੜਾ ਉਹਦੇ ਨਾਲ ਵੱਧਦਾ ਪਿਆ, ਹੋਰ ਲੋਕ ਖਤਰਾ ਮਹਿਸੂਸ ਕਰਦੇ ਨੇ। ਪਹਿਲੀ ਗੱਲ ਤਾਂ ਹੈ ਤੁਹਾਡੀ ਵੱਡੀ ਉਡਾਰੀ ਜਿਹੜੀ ਅੰਬਰਾਂ 'ਤੇ ਹੁੰਦੀ ਹੈ। ਤੁਸੀਂ ਅਮਰੀਕਾ ਦੇ ਦਰਸ਼ਕਾਂ ਨਾਲ ਗੱਲ ਕਰਦੇ ਜੋ ਉੱਥੋਂ ਦੀ ਸਮੱਸਿਆ ਲੈਂਦੇ ਜੋ ਮਸਲਾ, ਔਰ ਇਹ ਮਸਲਾ ਬੜਾ ਹੈਰਾਨੀਜਨਕ ਹੈ। ਇਸ ਕਰਕੇ ਹੈ ਕਿ ਜਿੱਥੇ ਇੰਨਾ ਵੱਡਾ ਸੁਪਰ ਦੇਸ਼ ਹੈ, ਉਹਨਾਂ ਨੂੰ ਪਤਾ ਨਹੀਂ ਖਤਰਾ ਕਿਸ ਗੱਲ ਦਾ, ਜਾਂ ਉਹਨਾਂ ਦੇ ਦਿਮਾਗ 'ਚ ਹੁੰਦਾ ਕਿ ਗਨ ਲੈ ਕੇ ਚੱਲਣਾ, ਚਿੱਟੇ ਕੱਪੜੇ ਪਾ ਕੇ ਤੁਰਨਾ। ਜੇਕਰ ਬੰਦਾ ਸਰਹੱਦ 'ਤੇ ਘੁੰਮ ਰਿਹਾ ਜਿਹਦੇ ਨਾਲ ਉੱਥੋਂ ਦੇ ਕੋਈ ਖਤਰੇ ਨਾਲ ਪੈਦਾ ਹੋਈ ਸਥਿਤੀ ਹੈ, ਉੱਥੇ ਤਾਂ ਮੰਨਦੇ ਹਾਂ ਕਿ ਗਨ ਲੈ ਕੇ ਜਾਣਾ ਜ਼ਰੂਰੀ ਹੈ। ਪਰ ਇਹ ਨਹੀਂ ਕਿ ਖਾਲੀ ਉਹਦੇ ਵਿੱਚ ਕਾਰਤੂਸ ਭਰੇ ਹੁੰਦੇ ਆ, ਲੋਡਡ ਗੰਨਾਂ ਲੈ ਕੇ ਜਾਂਦੇ ਆ। ਔਰ ਉਹ ਗੰਨਾਂ ਜੇ ਇਸ ਵੇਲੇ ਕਿਸੇ ਵੇਲੇ ਗੁੱਸੇ 'ਚ ਚੱਲ ਜਾਣ ਤਾਂ ਕਈ ਵਾਰੀ ਚੱਲੀਆਂ ਵੀ ਆ। ਉਦਾਹਰਣਾਂ ਅਮਰੀਕਾ ਦੀ ਧਰਤੀ ਦੀਆਂ ਆਮ ਤੌਰ 'ਤੇ ਸਾਡੇ ਸਾਹਮਣੇ ਆਈਆਂ। ਉਹਨਾਂ ਨਾਲ ਕਈ ਲੋਕ ਨੁਕਸਾਨ ਉਠਾਇਆ ਕਈਆਂ ਨੇ, ਕਈ ਬੱਚੇ ਮਰੇ ਆ ਸਕੂਲਾਂ 'ਚ, ਕਈ ਜਗ੍ਹਾ 'ਤੇ ਧਾਰਮਿਕ ਸਥਾਨਾਂ 'ਤੇ ਚਲਾਈ ਗਈਆਂ ਗੋਲੀਆਂ, ਕਈ ਜਗ੍ਹਾ 'ਤੇ ਜਿੱਥੇ ਲੋਕ ਪਬਲਿਕ ਜਗ੍ਹਾ ਹੈਗੀ ਹੈ ਲੋਕਾਂ ਦੀ ਘੁੰਮਣ ਫਿਰਨ ਦੀ, ਉੱਥੇ ਵੀ ਚਲਾਈਆਂ ਗਈਆਂ ਗੋਲੀਆਂ। ਔਰ ਇਹ ਲੱਗਦਾ ਹੈ ਕਿ ਉੱਥੋਂ ਦੇ ਲੋਕਾਂ ਦੇ ਦਿਮਾਗ ਦੀ ਕੋਈ ਵੱਡੀ ਨਵੀਂ ਕਾਢ ਤਾਂ ਨਹੀਂ ਹੈਗੀ, ਇਹ ਸਿਰਫ ਨੁਕਸਾਨਦੇਹੀ ਜਿਹੜੀ ਗੱਲ ਹੈ। ਔਰ ਇਹਦੇ ਵਿੱਚ ਬਹੁਤ ਸੂਝਵਾਨ ਲੋਕਾਂ ਨੇ ਇਹਨਾਂ ਨੂੰ ਰੋਕਣ ਦੀ ਜਿਹੜੀ ਆ ਉਹ ਗੱਲ ਕੀਤੀ। ਜਦੋਂ ਵੀ ਉਹਨਾਂ ਦਾ ਸੈਸ਼ਨ ਹੁੰਦਾ, ਸੈਸ਼ਨ 'ਚ ਖਾਸ ਤੌਰ 'ਤੇ ਮਸਲਾ ਰੱਖਿਆ ਗਿਆ। ਜੋ ਬਾਈਡਨ ਜੀ ਨੇ ਵੀ ਇਹਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਾਨੂੰਨ ਜਾਰੀ ਕੀਤੇ। ਪਰ ਇਹਦੇ ਵਿੱਚ ਖੰਨਾ ਜੀ, ਇਹ ਤੁਹਾਨੂੰ ਸ਼ਾਇਦ ਪਤਾ ਹੋਊਗਾ, ਕੁਝ ਸੂਬੇ ਇਸ ਤਰ੍ਹਾਂ ਦੇ ਜਿੱਥੇ ਲਾਇਸੈਂਸ ਦੀ ਲੋੜ ਹੀ ਨਹੀਂ, ਬਗੈਰ ਲਾਇਸੈਂਸ ਦੇ ਤੁਸੀਂ ਆਪਣੇ ਗਨ ਲੋਡ ਕਰਕੇ ਲਿਜਾ ਸਕਦੇ ਜੇ। ਔਰ ਉਹਦੇ ਨਾਲ ਤੁਹਾਡੇ ਨਾਲ 15 ਬੰਦੇ ਹੋਰ ਵੀ ਹੈ, ਉਹ ਵੀ ਲਿਜਾ ਰਿਹਾ। ਇਹਦੇ 'ਚ ਇਹ ਦੱਸਿਆ ਸ਼ਵੇਤ ਜਿਹੜੇ ਹੈਗੇ, ਜਿਹੜੇ ਉੱਥੇ ਕਾਲੇ ਲੋਕ ਨੇ, ਉਹ ਵੀ ਇਸੇ ਤਰ੍ਹਾਂ ਦੇ ਕੰਮ ਕਰਦੇ ਆ। ਔਰ ਜੇ 5 ਬੰਦੇ ਜਾ ਰਹੇ, 3 ਬੰਦੇ ਲੋਡਡ ਗੰਨਾਂ ਲੈ ਕੇ ਜਾ ਰਹੇ ਆ, 2 ਖਾਲੀ ਆ ਜਾਂ ਅਨਲੋਡਡ ਹੈ। ਇਹਦਾ ਮਸਲਾ ਇਹ ਹੈਗਾ ਕਿ ਜਦੋਂ ਤੁਹਾਡੇ ਕੋਲ ਕੋਈ ਹਥਿਆਰ ਹੋਊਗਾ ਜਾਂ ਤੁਸੀਂ ਹਥਿਆਰ ਲੋਡ ਕਰਕੇ ਜਾ ਰਹੇ, ਤਾਂ ਤੁਹਾਡਾ ਮਨ ਬਿਲਕੁਲ ਉਸ ਪਾਸੇ ਲੱਗਾ ਹੋਊਗਾ। ਤੁਸੀਂ ਸ਼ਾਂਤੀਪੂਰਵਕ ਕੋਈ ਗੱਲ ਨਹੀਂ ਕਰੋਗੇ, ਕ੍ਰੀਏਟਿਵ ਗੱਲ ਨਹੀਂ ਕਰੋਗੇ, ਕਿਸੇ ਭਲੇ ਦੀ ਗੱਲ ਨਹੀਂ ਕਰੋਗੇ, ਸਿਰਫ ਮਾਰ ਧਾੜ ਦੀ ਗੱਲ ਕਰੋਗੇ। ਔਰ ਇਹ ਖਾਸ ਤੌਰ 'ਤੇ ਇਹ ਅਮਰੀਕਾ ਦੇ ਕਲਚਰ ਦੇ ਵਿੱਚ ਨਜ਼ਰ ਆ ਰਿਹਾ। ਅਤੇ ਜੇ ਅਸੀਂ ਗੱਲ ਕਰਦੇ ਹਾਂ ਉੱਥੋਂ ਦੇ ਜਿਹੜੇ ਯੂਥ ਆ, ਯੰਗ ਬੱਚੇ, ਉਹ ਵੀ ਇਹਦੇ ਪਿੱਛੇ ਲੱਗ ਗਏ। ਕਿਉਂਕਿ ਜਦੋਂ ਵੱਡੇ ਕਰਨਗੇ ਉਹਨਾਂ ਦੀ ਨਕਲ ਕਰਨ ਲਈ ਬੱਚੇ ਵੀ ਕਰਦੇ ਆ। ਜਦੋਂ ਜਿਸ ਤਰ੍ਹਾਂ ਦੇ ਉਹ ਕੱਪੜੇ ਪਾਉਣਗੇ, ਜਿਸ ਤਰ੍ਹਾਂ ਦੀ ਉਹ ਗੱਲ ਕਰਦੇ ਆ, ਜਿਸ ਤਰ੍ਹਾਂ ਦਾ ਉਹਨਾਂ ਦਾ ਕਹਿਣ ਦਾ ਲਹਿਜ਼ਾ ਹੈਗਾ, ਉਹ ਸੱਭਿਆਚਾਰ ਫਿਰ ਪ੍ਰਫੁੱਲਤ ਹੁੰਦਾ। ਹੁਣ ਇਸ ਕਰਕੇ ਇਹ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਜਿਹੜੀ ਕਮਿੰਗ ਜਨਰੇਸ਼ਨ ਹੈ, ਉਹਦੇ ਕੋਲ ਵੀ ਇਹੀ ਮੁੱਦਾ ਰਹਿ ਗਿਆ। ਉਹ ਵੀ ਇਸੇ ਤਰ੍ਹਾਂ ਦੇ ਕੰਮ ਕਰਦੇ ਆ। ਪੜ੍ਹਾਈ ਲਿਖਾਈ ਵਾਲੇ ਪਾਸੇ, ਖੋਜਾਂ ਵਾਲੇ ਪਾਸੇ, ਜਿੱਥੇ ਇਨਵੈਂਸ਼ਨ ਹੋਣੀ ਹੈ, ਕੁਝ ਗੱਲਬਾਤ ਹੋ ਰਹੀ ਹੈ, ਉਦੋਂ ਤੋਂ ਇਹ ਥੋੜ੍ਹਾ ਜਿਹਾ ਦੂਰ ਅਤੇ ਲਾਂਭੇ ਹੋ ਗਏ ਆ। ਮਹਿੰਗਾਈ ਉੱਥੇ ਜ਼ੋਰਾਂ ਦੀ ਹੋ ਗਈ ਆ, ਪਰ ਗੰਨਾਂ ਦੇ ਪੈਸੇ ਖਰਚਦੇ ਆ। ਮੰਨ ਲਓ ਲਾਇਸੈਂਸ ਤਾਂ ਹੈ ਨਹੀਂ, ਪਰ ਗਨ ਤਾਂ ਖਰੀਦੋਗੇ ਨਾ, ਗਨ ਜਿੱਥੋਂ ਖਰੀਦੋਗੇ, ਲਾਇਸੈਂਸ ਤਾਂ ਨਹੀਂ ਲੈ ਰਹੇ, ਉਹਦੇ ਪੈਸੇ ਤਾਂ ਲੱਗਣਗੇ। ਕਾਰਤੂਸ ਜਿਹੜੇ ਲੈ ਰਹੇ ਉਹਦੇ 'ਤੇ ਪੈਸੇ ਲੱਗਣਗੇ। ਅਤੇ ਜਿਹੜੇ ਪੈਸੇ ਤੁਸੀਂ ਉੱਧਰ ਖਰਚ ਰਹੇ ਹੋ, ਕਿਸੇ ਭਲੇ 'ਤੇ ਖਰਚ ਕਰ ਲਓ, ਕਿਸੇ ਲੋਕਾਂ ਦੇ ਜਿੱਥੇ ਲੋਕਾਂ ਦਾ ਥੋੜ੍ਹੀ ਜਿਹੀ ਹਮਦਰਦੀ ਹੋਵੇ, ਉਹ ਪੈਸਾ ਉੱਥੇ ਖਰਚਣਾ ਚਾਹੀਦਾ। ਐਗਜ਼ੈਕਟਲੀ, ਕਿਉਂਕਿ ਨਾ ਆਪਾਂ ਜਦੋਂ ਪੰਜਾਬ ਦੀ ਧਰਤੀ 'ਤੇ ਆਉਂਦੇ ਹਾਂ ਤਾਂ ਦਸ਼ਮੇਸ਼ ਪਿਤਾ ਨੇ ਜਦੋਂ ਸਾਨੂੰ ਸਿਖਾਇਆ ਸੰਤ ਸਿਪਾਹੀ, ਮਤਲਬ ਸਿਪਾਹੀ ਸੰਤ ਨਹੀਂ ਕਿਹਾ, ਸੰਤ ਸਿਪਾਹੀ, ਕਿ ਪਹਿਲਾਂ ਤੁਹਾਡਾ ਸੁਭਾਅ ਸੰਤ ਵਾਲਾ ਸੁਭਾਅ ਹੋਣਾ ਚਾਹੀਦਾ, ਫਿਰ ਤੁਸੀਂ ਸ਼ਸਤਰਧਾਰੀ ਬਣੋ। ਬਿਲਕੁਲ, ਤੁਹਾਨੂੰ ਪਤਾ ਹੋਣਾ ਚਾਹੀਦਾ ਸ਼ਸਤਰ ਦਾ ਇਸਤੇਮਾਲ ਕਿੱਥੇ ਕਰਨਾ ਅਤੇ ਕਿੱਥੇ ਨਹੀਂ ਕਰਨਾ। ਇਹ ਨਹੀਂ ਕਿ ਹਰ ਵੇਲੇ ਸ੍ਰੀ ਸਾਹਿਬ ਤੁਸੀਂ ਚੁੱਕ ਕੇ ਅਤੇ ਨਹੀਂ, ਉਹ ਤਾਂ ਹੈ ਨਹੀਂ, ਉਹ ਨਹੀਂ ਕਹਿੰਦੇ। ਜਾਨ 'ਤੇ ਬਣੀ ਜਦੋਂ ਤੁਹਾਡੀ ਸੈਲਫ ਪ੍ਰੋਟੈਕਸ਼ਨ ਲਈ, ਉਦੋਂ ਸਭ ਤੋਂ ਆਖਰੀ, ਸਭ ਤੋਂ ਆਖਰ 'ਚ ਸ੍ਰੀ ਸਾਹਿਬ, ਪਹਿਲਾਂ ਸੰਤ, ਵਟਾਂਦਰਾ, ਵਿਚਾਰ ਵਟਾਂਦਰਾ, ਸੰਵਾਦ ਰਚੋ।
ਤਾਂ ਹੀ ਸੰਤ ਨੂੰ ਪਹਿਲਾਂ ਰੱਖਿਆ ਕਿ ਸੰਤ ਸੁਭਾਅ ਪਹਿਲਾਂ ਹੋਣਾ ਚਾਹੀਦਾ, ਫਿਰ ਤੁਸੀਂ ਸ਼ਸਤਰਧਾਰੀ ਬਣੋ, ਤਾਂ ਤੁਸੀਂ ਆਪਣੇ ਆਪ ਤੇ ਕਾਬੂ ਰੱਖ ਸਕਦੇ ਹੋ। ਸ਼ਸਤਰ ਨੂੰ ਉੱਥੇ ਇਸਤੇਮਾਲ ਕਰਨਾ ਜਿੱਥੇ ਇਸਤੇਮਾਲ ਕਰਨ ਦੀ ਵਾਕਈ ਲੋੜ ਹੈ, ਐਵੇਂ ਨਹੀਂ ਸ਼ਸਤਰ ਕੱਢ ਕੇ ਬਹਿ ਜਾਣੇ। ਸੋ ਇਹ ਬਹੁਤ ਜ਼ਰੂਰੀ ਹੈ, ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਤਾਂ ਹੀ ਤੇ ਆਰਮੀ ਟ੍ਰੇਨਿੰਗ ਦਿੰਦੇ ਨੇ। ਆਰਮੀ ਟ੍ਰੇਨਿੰਗ ਦੇ ਉੱਤੇ ਸੁਭਾਅ ਦੀ ਟ੍ਰੇਨਿੰਗ ਆ। ਐਵੇਂ ਥੋੜਾ ਆਪਾਂ ਗੋਲੇ ਚਲਾਈ ਜਾਣੇ ਨੇ, ਬੰਬ ਚਲਾਈ ਜਾਣੇ ਨੇ, ਫਾਇਰਿੰਗ ਕਰੀ ਜਾਣੀ ਹੈ, ਫਿਰ ਅੱਗੋਂ ਦੂਸਰਾ ਦੇਸ਼ ਵੀ ਸ਼ੁਰੂ ਹੋ ਜਾਏਗਾ, ਫਿਰ ਤੇ ਲੜਾਈ ਛਿੜ ਪਈ। ਇਸ ਕਰਕੇ ਸੁਭਾਅ ਦੇ ਉੱਤੇ ਕੰਟਰੋਲ, ਉਸ ਤੋਂ ਬਾਅਦ ਸ਼ਸਤਰ ਮੇਰਾ ਉਠਾਉਣਾ। ਖਿਆਲ ਹੈ ਇੱਕ ਗੱਲ ਰਹਿ ਗਈ ਆਪਣੀ, ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ, ਉਹ ਮੈਂਸ਼ਨ ਹੋਈ ਹੈ ਕਿ ਜਿਹਦੇ ਵਿੱਚ ਜਿੱਥੇ ਆਰਮੀ ਦੀ ਰਿਕਰੂਟਮੈਂਟ ਆ, ਜਿੱਥੇ ਫੌਜੀ ਭਰਤੀ ਹੋਣੇ ਆ, ਉੱਥੇ ਜਿਹੜੇ ਯੂਥ ਨੇ ਉਹ ਬਿਲਕੁਲ ਇਸ ਤਰ੍ਹਾਂ ਦਾ ਕੋਈ ਇੰਟਰਸਟ ਨਹੀਂ ਦਿਖਾ ਰਹੇ। ਉਹਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਚਾਹੀਦੇ ਆ 65,000 ਫੌਜੀ ਚਾਹੀਦਾ, ਉੱਥੇ ਸਿਰਫ 25,000 ਹੁੰਦਾ। ਉੱਥੇ 50% ਜਿਹੜੀ ਘਾਟ ਹੋ ਗਈ। ਮੁੰਡੇ ਜਿੱਥੇ ਗੰਨਾਂ ਚਲਾਉਣੀਆਂ, ਜਿੱਥੇ ਵੈਪਨ ਲੋਡ ਕਰਕੇ ਚਲਾਉਣੇ ਆ, ਜਿੱਥੇ ਸ਼ਸਤਰ ਲੈ ਕੇ ਜਾ ਕੇ ਚਲਾਉਣਾ, ਟ੍ਰੇਨਿੰਗ ਚੱਲਣੀ ਆ, ਉਧਰੋਂ ਪਰੇ ਹਟ ਰਹੇ ਆ। ਅਤੇ ਜਿਹੜੇ ਖਾਸ ਤੌਰ 'ਤੇ ਜਿਹੜੇ ਐਵੇਂ ਅਯਾਸ਼ੀ ਲਈ ਆ, ਲੋਕਾਂ ਨੂੰ ਡਰਾਉਣ ਲਈ ਆ, ਉਹ ਗੰਨਾਂ ਲੋਡ ਕਰਕੇ ਉੱਥੇ ਲਿਜਾ ਰਹੇ ਆ। ਸਰਹੱਦਾਂ 'ਤੇ ਯੂਨੀਫਾਰਮ ਦੇ ਵਿੱਚ ਆ ਕੇ ਡਿਸਿਪਲਿਨ 'ਚ ਰਹਿ ਕੇ ਜਾਂ ਉੱਥੇ ਸੈਲਰੀ ਲੈ ਕੇ ਉਹ ਨਹੀਂ ਕੰਮ ਕਰ ਰਹੇ ਉੱਥੋਂ ਦੇ ਮੁੰਡੇ ਜਿਹੜੇ ਯੂਥ ਹੈ। ਪਰ ਇਸ ਕੰਮ ਲਈ ਜਿਹੜੀ ਉਲਟੀ ਜਿਹੜੀ ਗੰਗਾ ਉਸ ਪਾਸੇ ਆ ਰਹੇ ਆ, ਪਾਣੀ ਦੂਜੇ ਪਾਸੇ ਵਹਾ ਰਹੇ, ਜਿੱਧਰ ਪਾਣੀ ਦਾ ਬਹਾਵ ਨਹੀਂ, ਜਿੱਧਰ ਪਾਣੀ ਨਹੀਂ ਚੱਲਣਾ, ਪਾਣੀ ਉਲਟੇ ਪਾਸੇ ਚਲਾ ਰਿਹਾ। ਇਹ ਹੈ ਉਹਨਾਂ ਦੀ ਇੱਕ ਸਾਈਕੀ, ਇੱਕ ਮਨੁੱਖੀ ਸੋਚ, ਗਲਤ ਸੋਚ ਹੈ। ਔਰ ਸੋਚ ਦੇ ਉੱਤੇ ਵਾਕਈ ਹੀ ਚੈੱਕ ਹੋਣਾ ਚਾਹੀਦਾ। ਚੈੱਕ ਐਂਡ ਬੈਲੈਂਸ ਤਾਂ ਹਮੇਸ਼ਾ ਚਾਹੀਦਾ ਗਵਰਨਮੈਂਟ ਵੱਲੋਂ, ਔਰ ਬਾਈਡਨ ਸਾਹਿਬ ਇਸ ਦੇ ਉੱਤੇ ਕਾਫੀ ਜ਼ੋਰ ਦੇ ਰਹੇ ਨੇ। ਆਪਾਂ ਅੱਗੇ ਵਧਦੇ ਹੁਣ ਕੈਨੇਡਾ ਚੱਲੀਏ। ਹਾਂ ਜ਼ਰੂਰ, ਬਿਲਕੁਲ। ਅਮਰੀਕਾ ਦੇ ਨਾਲ ਹੀ ਹੈ, ਮੈਂ ਕਿ ਉੱਥੇ ਵੀ ਹੋ ਆਈਏ, ਫਿਰ ਉਸ ਤੋਂ ਬਾਅਦ ਆਪਾਂ ਤੁਸੀਂ ਭਾਰਤ ਦੀ ਗੱਲ ਕਰੋਗੇ ਫਿਰ ਪਾਕਿਸਤਾਨ ਵੱਲ ਵੀ ਜਾਣਾ ਜ਼ਰੂਰੀ ਬਣਦਾ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਜ਼ਾਰਤ ਵਿੱਚ 4 ਪੰਜਾਬੀ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਤੇ ਬਹੁਤ ਵੱਡੀ ਵਧਾਈ ਦੀ ਗੱਲ ਹੈ, ਕਿਉਂਕਿ ਅਸੀਂ ਹਮੇਸ਼ਾ ਹੀ ਜਦੋਂ ਪੰਜਾਬੀ ਕਿਤੇ ਵੀ ਗਏ ਆ ਤਾਂ ਇਸ ਤਰ੍ਹਾਂ ਕੀਤਾ ਹੈ ਕਿ ਅਸੀਂ ਮੱਲਾਂ ਮਾਰਦੇ ਆ। ਦੂਜੇ ਪਾਸੇ ਇੱਕ ਉਹ ਵੀ ਗੱਲ ਆ ਜਾਂਦੀ ਹੈ ਨਾ ਕਿ ਜਦੋਂ ਅਸੀਂ ਉੱਥੇ ਜਾ ਕੇ ਕੁਰਾਹੇ ਪੈ ਜਾਂਦੇ ਆ, ਪੰਜਾਬੀ ਬੱਚੇ ਕੁਰਾਹੇ ਪੈਂਦੇ ਨੇ, ਇੰਨੇ ਪੈਸੇ ਖਰਚ ਕੇ, ਇੰਨੀ ਮਿਹਨਤ ਕਰਕੇ ਮਾਪੇ ਪਹੁੰਚਾਉਂਦੇ ਨੇ ਉੱਥੇ ਜਾ ਕੇ। ਕੈਨੇਡਾ ਦੀ ਧਰਤੀ ਤੇ ਤੁਸੀਂ ਦੇਖੋ ਕਿ ਝਗੜੇ ਹੋਣੇ, ਲੜਾਈਆਂ ਹੋਣੀਆਂ, ਕਈ ਵਾਰ ਉਹਨਾਂ ਨੇ ਡਰਿੰਕ ਵੀ ਕੀਤਾ, ਡਰਿੰਕ ਕਰਕੇ ਝਗੜੇ ਕਰਨੇ, ਉਹ ਵੀ ਇੱਕ ਮਾੜੀ ਗੱਲ ਹੈ। ਕਈ ਵਾਰ ਤੇ ਉਹ ਡਿਪੋਰਟ ਕਰ ਦਿੰਦੇ ਨੇ। ਸੋ ਉਹ ਮਾੜੀ ਗੱਲ ਹੈ, ਪਰ ਵਧੀਆ ਗੱਲ ਇਹ ਹੈ ਕਿ ਕੈਨੇਡਾ ਦੀ ਜਿਹੜੀ ਬ੍ਰਿਟਿਸ਼ ਕੋਲੰਬੀਆ, ਉੱਥੇ ਸਾਡੇ 4 ਭਾਰਤੀ ਹੁਣ ਦੇਸ਼ ਨੂੰ ਚਲਾਉਣ ਦੇ ਵਿੱਚ ਸਹਾਇਕ ਸਿੱਧ ਹੋਣਗੇ, ਆਪਣੀ ਕਾਰਗੁਜ਼ਾਰੀ ਪਾਉਣਗੇ। ਔਰ ਪੰਜਾਬੀ ਇਸੇ ਕੰਮ ਵਾਸਤੇ ਜਾਣ ਤੇ ਬਹੁਤ ਵਧੀਆ। ਅਮਰੀਕਾ ਦੀ ਧਰਤੀ ਤੇ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ, ਔਰ ਕੈਨੇਡਾ ਦੀ ਧਰਤੀ ਤੇ ਵੀ ਮੱਲਾਂ ਮਾਰੀਆਂ ਨੇ, ਬਲਕਿ ਜਿੱਥੇ ਵੀ ਜਾਂਦੇ ਨੇ ਮੱਲਾਂ ਮਾਰਦੇ ਨੇ। ਪਰ ਤੁਸੀਂ ਜਾਣਦੇ ਹੋ ਕਿ ਹਰ ਥਾਂ ਦੇ ਉੱਤੇ ਕੋਈ ਨਾ ਕੋਈ ਗਲਤ ਬੰਦਾ ਤੇ ਹੁੰਦਾ ਹੀ। ਇਹ ਗੱਲ ਰਹੀ ਉੱਥੋਂ ਦੇ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹ ਵੈਸੇ ਵੀ ਏਸ਼ੀਅਨ ਕੰਟਰੀ ਜਾਂ ਪੰਜਾਬ ਨਾਲ ਉਹਨਾਂ ਦਾ ਥੋੜ੍ਹਾ ਜਿਹਾ ਖਾਸ ਲਗਾਵ ਹੈ, ਕਿਉਂਕਿ ਉਹ ਸ੍ਰੀ ਹਰਿਮੰਦਰ ਸਾਹਿਬ ਵੀ ਆਏ ਸੀ, ਇੱਥੇ ਵੀ ਨਤਮਸਤਕ ਹੋ ਕੇ ਗਏ ਆ। ਪਿਆਰ ਨਾਲ, ਸਤਿਕਾਰ ਨਾਲ ਇੱਥੇ ਪੰਜਾਬੀਆਂ ਨੂੰ ਮਿਲਦੇ ਆ। ਰਹੀ ਗੱਲ ਜਿਹੜੇ ਤੁਸੀਂ 4 ਹੁਣ ਨਾਂ ਲਏ ਆ ਜਾਂ ਦੱਸੇ ਆ ਜਿਹੜੇ ਵਜ਼ਾਰਤ ਵਿੱਚ ਮੰਤਰੀ ਬਣ ਗਏ ਆ, ਪਹਿਲਾਂ ਵੀ ਸੀਗੇ। ਸੱਜਣ ਸਿੰਘ ਨੇ ਡਿਫੈਂਸ ਮਿਨਿਸਟਰ ਰਹੇ ਆ, ਉਦੋਂ ਬਾਅਦ ਵੀ ਹੋਰ ਵੀ ਮੰਤਰੀ ਰਹੇ ਆ, MP ਮੈਂਬਰ ਪਾਰਲੀਮੈਂਟ ਵੀ ਬਹੁਤ ਆਪਣੇ ਰਹੇ ਆ। ਪਰ ਹੁਣ ਜਿਹੜੇ ਇਹਦੇ ਵਿੱਚ ਇੱਕ ਲੜਕੀ ਹੈ ਰਚਨਾ ਸਿੰਘ ਆ ਰਹੀ ਹੈ, ਇੱਕ ਜਗਰੂਪ ਸਿੰਘ ਬਰਾੜ ਉਹ ਆ ਰਹੇ ਆ, ਅਤੇ 2 ਹੋਰ ਵੀ ਨੇ ਜਿਨ੍ਹਾਂ ਨੂੰ ਇਹਨਾਂ ਨੇ ਪੋਰਟਫੋਲੀਓ ਦੇ ਦਿੱਤੇ। ਇਹਨਾਂ ਨੂੰ ਜੇ ਕਿਸੇ ਨੂੰ ਚਾਈਲਡ ਡਿਵੈਲਪਮੈਂਟ ਦਾ ਦਿੱਤਾ, ਕਿਸੇ ਨੂੰ ਐਜੂਕੇਸ਼ਨ ਦੇ ਦਿੱਤੇ, ਬੜੇ ਅੱਛੇ ਪੋਰਟਫੋਲੀਓ ਦਿੱਤੇ ਇਹਨਾਂ ਨੂੰ। ਰਹੀ ਗੱਲ ਦੇਖੋ ਇੰਨਾ ਵੱਡਾ ਕੰਟਰੀ, ਔਰ ਜਿਹਦੇ ਵਿੱਚ ਕੈਨੇਡੀਅਨ ਗੌਰਮੈਂਟ ਆ, ਔਰ ਉਹਦੇ ਵਿੱਚ ਵਣ ਦੀ ਲੱਕੜੀ ਬੈਠੀ, ਉੱਥੇ ਹਰ ਤਰ੍ਹਾਂ ਦੇ ਲੋਕ ਬੈਠੇ ਆ। ਉਹਨਾਂ ਵਿੱਚ ਜੇ ਬਹੁਤੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਸਿਰ ਕੱਢਵੇਂ ਆ, ਇਹ ਗੱਲਾਂ ਨਹੀਂ ਮਾਰਦੇ, ਇਹ ਮੱਲਾਂ ਵੀ ਮਾਰਦੇ ਆ। ਇਸੇ ਤਰ੍ਹਾਂ ਦਾ ਹੈਗਾ। ਜੇ ਇਹਨਾਂ ਨੇ ਕਿਤੇ ਸਪੋਰਟਸ ਹੋ ਰਹੀ ਹੈ, ਅੱਗੇ ਆ। ਜੇ ਕਿਤੇ ਕੋਈ ਉੱਥੇ ਕੋਈ ਡਿਵੈਲਪਮੈਂਟ ਦਾ ਕੰਮ ਹੋ ਰਿਹਾ, ਪੰਜਾਬੀ ਅੱਗੇ ਆ। ਜੇ ਕਿਤੇ ਉੱਥੇ ਇਲੈਕਸ਼ਨ ਹੁੰਦੀ ਆ, ਤਾਂ ਫਿਰ ਵੀ ਪੰਜਾਬੀਆਂ ਦੇ ਜਿਹੜੇ ਨਾਮਜ਼ਦ ਹੋਏ ਨੇ, ਮੰਤਰੀ ਬਣ ਰਹੇ ਆ ਜਾਂ MP ਬਣ ਰਹੇ ਆ, ਉਹ ਵੀ ਬਹੁਤ ਤਾਦਾਦ 'ਚ ਆ। ਇਸੇ ਤਰ੍ਹਾਂ ਦੀ ਗੱਲ ਹੈ, ਜੇ ਵੀ ਅਸੀਂ ਕੋਈ ਸਫੀਅਰ, ਕੋਈ ਖੇਤਰ, ਕੋਈ ਵੀ ਉੱਥੋਂ ਦੀ ਜਗ੍ਹਾ ਵੇਖੀਏ, ਤਾਂ ਸਾਡੇ ਉੱਥੇ ਪੰਜਾਬੀ ਬਹੁਤ ਅੱਗੇ ਜਾਂਦੇ ਆ। ਸਾਡੇ ਜਿਹੜੀਆਂ ਕੁੜੀਆਂ ਉੱਥੇ ਪੜ੍ਹਨ ਗਈਆਂ ਜਾਂ ਜਿਨ੍ਹਾਂ ਦੇ ਪੇਰੈਂਟਸ ਉੱਥੇ ਬੈਠੇ ਆ, ਉਹਨਾਂ ਨੇ ਵੀ ਬਹੁਤ ਵੱਡੀਆਂ ਉਪਾਧੀਆਂ ਲਈਆਂ ਨੇ ਉੱਥੇ। ਜੇਕਰ ਅਸੀਂ ਉੱਥੋਂ ਦੀ ਐਗਰੀਕਲਚਰ ਲੈਂਡ ਜਾਂ ਆਰਚਰਡ ਜਾਂ ਬਗੀਚੇ ਜਾਂ ਉੱਥੋਂ ਦੇ ਜਹਾਜ਼ ਜਾਂ ਉੱਥੋਂ ਦਾ ਸਾਰਾ ਚੁਗਿਰਦਾ ਜੇ ਸ਼ਿੰਗਾਰਿਆ, ਤਾਂ ਪੰਜਾਬੀਆਂ ਨੇ ਬਹੁਤ ਕੰਮ ਕੀਤਾ। ਕਿਉਂਕਿ ਉੱਥੋਂ ਦੀ ਗੌਰਮੈਂਟ ਨੂੰ ਪਤਾ ਕਿ ਇਕੋਨਮੀ ਜਿਹੜੀ ਇੱਥੋਂ ਦੀ ਆਰਥਿਕ ਦਿਸ਼ਾ ਨੂੰ ਜਿਹੜਾ ਨਵਾਂ ਹੁਲਾਰਾ ਦੇਣ ਲਈ, ਨਵਾਂ ਨੁਹਾਰ ਦੇਣ ਲਈ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ। ਜੇ ਅਸੀਂ ਸਟੱਡੀ ਵੀਜ਼ੇ ਦੀ ਗੱਲ ਕਰਦੇ ਹਾਂ, ਮੈਕਸੀਮਮ ਜਿਹੜੇ ਮੁੰਡੇ ਆ ਪੰਜਾਬ 'ਚੋਂ ਗਏ ਆ, ਔਰ ਉੱਥੇ ਜਾ ਕੇ ਉਹਨਾਂ ਨੇ ਸਟੱਡੀ ਵੀ ਕੀਤੀ ਆ, ਵਰਕ ਪਰਮਿਟ ਵੀ ਲਏ ਆ, PR ਵੀ ਲਈ ਆ। ਜੇ ਤੁਸੀਂ ਗੱਲ ਕਰੋਗੇ ਸਰੀ ਦੀ, ਬ੍ਰਿਟਿਸ਼ ਕੋਲੰਬੀਆ ਦੀ, ਉਹਨੂੰ ਮਿੰਨੀ ਪੰਜਾਬ ਕਹਿੰਦੇ ਆ। ਉੱਥੇ ਤੁਹਾਨੂੰ ਢਾਬੇ ਵੀ ਉੱਦਾਂ ਮਿਲਣਗੇ, ਚਾਚੇ ਦਾ ਢਾਬਾ, ਮਾਮੇ ਦਾ ਢਾਬਾ, ਉੱਥੇ ਬੱਚੇ ਵੀ ਉੱਦਾਂ ਦੇ ਬੈਠੇ ਆ, ਉੱਥੇ ਜਲੇਬੀਆਂ ਵੀ ਕੱਢ ਰਹੇ ਆ, ਹਲਵਾਈ ਆ। ਉੱਥੇ ਤੁਹਾਨੂੰ ਲੱਗੂਗਾ ਕਿ ਮੈਂ ਬਿਲਕੁਲ ਦੁਬਾਰਾ ਫਗਵਾੜੇ ਆ ਗਿਆ। ਇਸ ਤਰ੍ਹਾਂ ਦਾ ਉਹ ਧਰਤੀ ਆ ਜਿੱਥੇ ਵੈਸੇ ਪੰਜਾਬੀ ਜਾਂਦੇ ਆ, ਜੰਗਲ 'ਚ ਮੰਗਲ ਲਾ ਦਿੰਦੇ ਆ, ਵਧੀਆ ਤਰੀਕੇ ਨਾਲ ਰਹਿੰਦੇ ਆ, ਵਧੀਆ ਤਰੀਕਾ ਖਾਣ ਪੀਣ ਦਾ, ਪਹਿਨਣ ਦਾ,
ਬੋਲਣ ਦਾ, ਇਹ ਇੱਕ ਆਪਣਾ ਹੀ ਨਵਾਂ ਨੁਹਾਰ ਬਣਾ ਦਿੰਦੇ ਆ, ਆਪਣਾ ਹੀ ਧਰਤੀ ਤੇ ਸਵਰਗ ਬਣਾ ਦਿੰਦੇ ਆ। ਇਹ ਗੱਲ ਇਹਨਾਂ ਨੂੰ ਗੁਰੂ ਸਾਹਿਬਾਨ ਨੇ ਬਿਲਕੁਲ ਦਿੱਤੀ। ਜੀ, ਬਿਲਕੁਲ ਜੀ। ਔਰ ਇਹ ਸਾਡੀ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਵਿਦੇਸ਼ੀ ਧਰਤੀ ਤੇ ਜਾ ਕੇ ਵੀ ਪੰਜਾਬ ਦੀ ਇੱਜ਼ਤ ਰੱਖੀ, ਪੰਜਾਬ ਦੇ ਝੰਡੇ ਗੱਡੇ ਜੀ। ਸੋ ਮਾਲਿਕ ਇਦਾਂ ਹੀ ਸਾਡੇ ਪੰਜਾਬੀਆਂ ਨੂੰ ਤਰੱਕੀ ਦੇਵੇ, ਬਲਕਿ ਸਾਰੇ ਮੁਲਕਾਂ ਨੂੰ ਤਰੱਕੀ ਦੇਵੇ, ਔਰ ਸਾਰਿਆਂ ਦੇ ਬੱਚੇ ਨੇਕ ਹੋਣ। ਬਿਲਕੁਲ ਆਹ ਗੱਲ ਬਹੁਤ ਸੂਝਵਾਨ ਹੋਣ, ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਨੂੰ ਬੜਾ ਵੱਡਾ ਜਿਹੜਾ ਹੁਲਾਰਾ ਮਿਲੇ, ਬਹੁਤ ਵੱਡਾ ਖੁਸ਼ਹਾਲੀ ਮਿਲੇ। ਔਰ ਜੇ ਬੱਚੇ ਖੁਸ਼ਹਾਲ ਆ ਤਾਂ ਉਹੀ ਵੱਡੀ ਜਾਇਦਾਦ ਆ, ਉਹੀ ਪਰਸਨਲ ਪ੍ਰਾਪਰਟੀ ਆ। ਬਿਲਕੁਲ ਕੁਰਾਹੇ ਨਾ ਪੈਣ, ਸਮਝਦਾਰੀ ਤੋਂ ਕੰਮ ਲੈਣ। ਇੰਨੀਆਂ ਮਿਹਨਤਾਂ ਕਰਕੇ ਮਾਂ-ਬਾਪ ਇੰਨੀਆਂ ਮੁਸੀਬਤਾਂ ਝੱਲ ਕੇ ਤੁਹਾਨੂੰ ਬਾਹਰ ਪਹੁੰਚਾਉਂਦੇ ਨੇ, ਕਿਸੇ ਤਰ੍ਹਾਂ ਆਪਣੀਆਂ ਜ਼ਮੀਨਾਂ ਵੀ ਵੇਚ ਦਿੰਦੇ ਨੇ, ਤਾਂ ਉੱਥੇ ਜਾ ਕੇ ਬਈ ਨਾਮ ਨਾ ਖੱਟੋ, ਵਧੀਆ ਕੰਮ ਕਰੋ, ਮਾਂ-ਬਾਪ ਦਾ ਸਿਰ ਵੀ ਉੱਚਾ ਹੋਵੇ, ਕੁਰਾਹੇ ਨਾ ਪਵੋ। ਇਹਨਾਂ ਵਾਕਣ ਜਿਹੜੇ ਇਹ ਪੰਜਾਬੀ ਜਿਹੜੇ ਮੰਤਰੀ ਮੰਡਲ 'ਚ ਸ਼ਾਮਿਲ ਹੋਏ ਨੇ, ਔਰ ਜਿੱਥੇ ਜਿੱਥੇ ਵੀ ਦੁਨੀਆ 'ਚ ਮੰਤਰੀ ਮੰਡਲ ਸ਼ਾਮਿਲ ਹੁੰਦੇ ਨੇ, ਹੋਰ ਵੱਡੀਆਂ ਵੱਡੀਆਂ ਮੱਲਾਂ ਮਾਰਦੇ ਨੇ ਪੰਜਾਬੀ, ਇਹਨਾਂ ਵਾਕਣ ਬਣੋ। ਸੋ ਇੱਥੋਂ ਸਿੱਖਣ ਵਾਲੀ ਸਾਨੂੰ ਇੱਕ ਉਦਾਹਰਣ ਮਿਲਦੀ ਆ ਜੀ। ਸੋ ਅੱਗੇ ਹੁਣ ਆ ਜਾਈਏ ਵਾਪਸ ਫਲਾਈਟ ਲੈ ਕੇ। ਵਾਪਸ ਆਓ, ਲੈਂਡ ਕਰੋ, ਤੁਸੀਂ ਆ ਕੇ ਜਲੰਧਰ ਕਰੋ, ਪੰਜਾਬ 'ਚ ਕਰੋ, ਚੰਡੀਗੜ੍ਹ ਕਰੋ, ਜਿੱਥੇ ਵੀ ਹੈ। ਇਹ ਤੁਹਾਡੀ ਸੋਚ ਦੀ ਗੱਲ। ਆਪਾਂ ਹੁਣ ਨਵੀਆਂ ਤਾਜ਼ਾ ਇਲੈਕਸ਼ਨਸ ਹੋਈਆਂ ਨੇ, ਉਹਨਾਂ ਤਾਜ਼ਾ ਇਲੈਕਸ਼ਨਸ ਬਾਰੇ ਗੱਲ ਕਰਾਂਗੇ। ਹਿਮਾਚਲ ਵਿੱਚ ਕਾਂਗਰਸ ਤੇ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ, ਇਹਨਾਂ ਨੇ ਜਿੱਤ ਹਾਸਿਲ ਕੀਤੀ ਹੈ। ਸੋ ਆਮ ਆਦਮੀ ਪਾਰਟੀ ਤੇ ਦੋਵਾਂ ਥਾਂ ਤੇ ਹੁੰਜਾ ਫਿਰ ਗਿਆ ਤੇ ਸਾਡਾ ਪੰਜਾਬ ਦਾ ਕਾਫੀ ਪੈਸਾ ਉੱਥੇ ਖਰਚ ਹੋਇਆ, ਸਾਡੇ ਖਜ਼ਾਨੇ ਦਾ। ਪਤਾ ਨਹੀਂ ਹੁਣ ਆਮ ਆਦਮੀ ਪਾਰਟੀ ਆਪ ਕਿੰਨੀ ਕੁ ਮਜ਼ਬੂਤ ਹੋਈ ਹੈ। ਸਰਕਾਰ ਤਾਂ ਦੋਵਾਂ ਥਾਂ ਤੇ ਕਿਤੇ ਵੀ ਨਹੀਂ ਬਣੀ। ਗੱਲਾਂ ਤਾਂ ਬਹੁਤ ਹੁੰਦੀਆਂ ਪਈਆਂ ਸੀ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਪਤਾ ਨਹੀਂ ਕੀ ਜਲਵੇ ਕਰ ਦਿੱਤੇ ਨੇ, ਉਹ ਜਲਵੇ ਹੁਣ ਅਸੀਂ ਬਾਕੀ ਧਰਤੀਆਂ ਤੇ ਵੀ ਕਰਾਂਗੇ। ਪਰ ਸ਼ਾਇਦ ਹਿਮਾਚਲ ਦੇ ਲੋਕ ਤੇ ਗੁਜਰਾਤ ਦੇ ਲੋਕ ਜਾਣਦੇ ਨੇ ਵੀ ਇੱਥੇ ਕੀ ਹੋ ਰਿਹਾ, ਕਿਉਂਕਿ ਹਿਮਾਚਲ ਤਾਂ ਬਿਲਕੁਲ ਨੇੜੇ ਹੈ ਨਾ, ਉਹਨਾਂ ਨੂੰ ਤਾਂ ਪਤਾ ਜੋ ਕੁਝ ਹੋ ਰਿਹਾ ਪੰਜਾਬ ਦੀ ਧਰਤੀ ਤੇ ਗੁਜਰਾਤ ਥੋੜ੍ਹਾ ਜਿਹਾ ਦੂਰ ਹੈ। ਪਰ ਨਿਊਜ਼ ਬੁਲੇਟਨਸ ਐਂਡ ਮੀਡੀਆ ਬਹੁਤ ਤੇਜ਼ ਹੈ, ਔਰ ਸਭ ਨੂੰ ਪਤਾ ਕਿ 8 ਮਹੀਨੇ 'ਚ ਚਲੋ ਜਿੰਨਾ ਕਰ ਸਕੇ ਉਹਨਾਂ ਕਰ ਸਕੇ, ਪਰ ਓਨੀਆਂ ਜਿੰਨੀਆਂ ਗੱਲਾਂ ਹੁੰਦੀਆਂ ਪਈਆਂ ਨੇ ਨਾ, ਓਨੇ ਕੰਮ ਨਹੀਂ ਹੋਏ। ਇਸ ਕਰਕੇ ਲੋਕਾਂ ਨੇ, ਤੁਸੀਂ ਕਹਿ ਸਕਦੇ ਹੋ ਕਿ ਦੋਵਾਂ ਥਾਂ ਦੇ ਉੱਤੇ ਵੋਟਿੰਗ ਨਹੀਂ ਕੀਤੀ ਇਹਨਾਂ ਨੂੰ, ਤੇ ਹਿਮਾਚਲ ਦੇ ਵਿੱਚ ਕਾਂਗਰਸ ਆ ਗਈ ਹੈ ਤੇ ਭਾਰਤੀ ਜਨਤਾ ਪਾਰਟੀ ਗੁਜਰਾਤ ਦੇ ਵਿੱਚ, ਤੇ ਉਹਨਾਂ ਨੇ ਇਤਿਹਾਸ ਦਰਜ ਦਿੱਤਾ, ਪਹਿਲਾਂ ਵਾਲੇ ਰਿਕਾਰਡ ਵੀ ਆਪਣੇ ਤੋੜ ਦਿੱਤੇ ਨੇ। ਅਸਲ 'ਚ ਜਿਹੜੀਆਂ ਚੋਣਾਂ ਹੋਈਆਂ ਇਹਨਾਂ ਵਿੱਚ ਜਿਹੜਾ ਵੀ ਇਸ ਵੇਲੇ ਮੁਹਾਂਦਰਾ ਬਣਿਆ, ਦੋ ਪਾਰਟੀਆਂ ਦਾ ਵੈਸੇ ਬਣਨਾ ਸੀ, ਕਿਉਂਕਿ ਬੜੀਆਂ ਪ੍ਰਾਚੀਨ ਤੇ ਪੁਰਾਣੀਆਂ ਪਾਰਟੀਆਂ, ਰਿਵਾਇਤੀ ਪਾਰਟੀਆਂ। ਆਪ ਨੂੰ ਅਜੇ ਇਸ ਤਰ੍ਹਾਂ ਦੀ ਲੋਕਾਂ ਦੀ ਦਿੱਖ ਨਹੀਂ ਹੈਗੀ, ਨਾ ਬਹੁਤ ਜਾਣਦੇ ਆ। ਪੰਜਾਬ 'ਚ ਮੰਨ ਲੈਂਦੇ ਆ ਕਿ ਪੰਜਾਬ 'ਚ ਇਹਨਾਂ ਨੂੰ ਬਹੁਤ ਗਿਣਤੀ ਮਿਲੀ ਆ, ਗੁਜਰਾਤ ਦੇ ਵਿੱਚ ਨਹੀਂ। ਜਿੰਨੇ ਮਰਜ਼ੀ ਮਾਡਲ ਦੱਸੀ ਜਾਣ, ਜਿੰਨੇ ਮਰਜ਼ੀ ਰੋਡ ਮੈਪ ਦਿਖਾ ਦੇਣ, ਉਹ ਗੱਲ ਨਹੀਂ ਬਣਦੀ, ਕਿਉਂਕਿ ਉੱਥੇ ਬੀਜੇਪੀ ਦਾ ਰੁਤਬਾ ਰਿਹਾ। ਜਦੋਂ ਤੱਕ ਮੋਦੀ ਸਾਹਿਬ ਉੱਥੇ ਰਹੇ ਮੁੱਖ ਮੰਤਰੀ, ਉਦੋਂ ਤੋਂ ਪਹਿਲਾਂ 25 ਸਾਲ ਤੱਕ ਤਾਂ ਇਹਨਾਂ ਨੇ ਸਾਰੀ ਉੱਥੇ ਆਪਣਾ ਸਾਰਾ ਰਾਜ ਕੀਤਾ। ਤੇ ਐਤਕੀ ਜਿਹੜੀ ਹੈ ਇਹਨਾਂ ਦਾ ਚੋਣ ਦਾ ਜਿਹੜਾ ਦਿਸ਼ਾ ਸੀ, ਉਹ ਅੱਗੇ ਵੀ ਵੱਧ ਗਈ, ਅੱਗੇ ਨੂੰ ਜ਼ਿਆਦਾ ਲੈ ਲਿਆ ਇਹਨਾਂ ਨੇ। ਜਿੱਥੇ ਜਿੱਥੇ ਨਹੀਂ ਸੀ ਇਹਨਾਂ ਨੂੰ ਆਪਣੇ ਮਿਲੀਆਂ ਚੋਣ ਨਿਸ਼ਾਨ ਜਾਂ ਸਾਰਾ ਕੁਝ, ਉੱਥੇ ਇਹਨਾਂ ਨੂੰ ਮਿਲ ਗਿਆ। ਉੱਥੇ ਜਿੱਥੇ ਇਹਨਾਂ ਦੀ ਕਾਮਯਾਬੀ ਜ਼ਿਆਦਾ ਹੋ ਗਈ। ਔਰ ਗੁਆਂਢੀ ਸੂਬਾ ਹਿਮਾਚਲ ਜਿਹੜਾ ਹੈਗਾ, ਇਹਦੇ 'ਚ 1 ਬਾਈ 1 ਆਉਂਦੀ ਰਹੀ। ਅੱਜ ਤੱਕ ਇਤਿਹਾਸ ਹੈ ਪਾਰਟੀਸ਼ਨ ਤੋਂ ਹੁਣ ਤੱਕ, ਕਦੀ ਬੀਜੇਪੀ ਕਦੀ ਕਾਂਗਰਸ ਪਹਿਲਾਂ ਬਹੁਤ ਰਹੀ ਹੈ, ਕਿਉਂਕਿ ਕਾਂਗਰਸ ਤੋਂ ਪਹਿਲਾਂ ਬੀਜੇਪੀ ਕੋ ਇੰਨਾ ਨਫਰੀ ਨਹੀਂ ਸੀ, ਇੰਨੀ ਤਾਕਤ ਨਹੀਂ ਸੀ। ਕਾਂਗਰਸ ਪਹਿਲੀ ਪਾਰਟੀ ਹੈ ਜਿਹੜੀ ਪ੍ਰਾਚੀਨ ਪੁਰਾਣੀ ਪਾਰਟੀ ਹੈ, ਔਰ ਉਦੋਂ ਬਾਅਦ ਫਿਰ ਬਰਾਬਰ 'ਤੇ ਰਹੀ, ਕਦੀ ਬੀਜੇਪੀ ਕਦੀ ਕਾਂਗਰਸ, ਕਦੀ ਬੀਜੇਪੀ ਕਦੀ ਕਾਂਗਰਸ। ਇਹ ਵੀ ਹੁਣ ਵੀ ਹੋਇਆ, ਪਹਿਲਾਂ ਬੀਜੇਪੀ ਸੀ, ਹੁਣ ਕਾਂਗਰਸ ਆ ਗਈ। ਔਰ ਲਗਾਤਾਰ ਜਿੱਤ ਜਿਹੜੀ ਹੈ ਗੁਜਰਾਤ 'ਚ ਇਹਨਾਂ ਦੀ ਇਸ ਕਰਕੇ ਰਹੀ ਹੈ ਕਿ ਗੁਜਰਾਤ ਦੇ ਲੋਕ ਜਿਹੜਾ ਬੀਜੇਪੀ ਨੂੰ ਜ਼ਿਆਦਾ ਵਧੀਆ ਮੰਨਦੇ ਰਹੇ, ਕਿਉਂਕਿ ਉੱਥੇ ਡਿਵੈਲਪਮੈਂਟ ਵੀ ਹੋਈ ਹੈ, ਲੋਕਾਂ ਦੇ ਅੱਖ ਵੀ ਲੱਗੇ ਆ, ਬੜਾ ਕੁਛ ਹੁੰਦਾ। ਲਗਾਤਾਰ 25 ਸਾਲ ਤੁਸੀਂ ਇੱਕ ਸੂਬੇ 'ਤੇ ਰਾਜ ਕਰਨਾ ਛੋਟੀ ਗੱਲ ਨਹੀਂ ਹੁੰਦੀ। ਹੁਣ ਦੂਜੀ ਗੱਲ, ਇਹਨਾਂ ਦਾ ਇੱਕ ਬੈਨੀਫਿਟ ਇਹ ਹੈਗਾ ਕਿ ਕੇਂਦਰ 'ਚ ਇਹਨਾਂ ਦੀ ਸਰਕਾਰ ਆ। ਜਿਹੜਾ ਅਸੀਂ ਡਬਲ ਇੰਜਣ ਦੀ ਗੱਲ ਕਰਦੇ ਹਾਂ, ਉਹ ਉੱਥੇ ਫਾਇਦਾ ਹੋਇਆ। ਉਹਨਾਂ ਨੂੰ ਇਹ ਪਤਾ ਕਿ ਮੋਦੀ ਸਾਹਿਬ ਬੈਠੇ ਸੈਂਟਰ 'ਚ, ਪਹਿਲਾਂ ਸਾਡੇ ਮੁੱਖ ਮੰਤਰੀ ਰਹੇ ਆ, ਉਹਨਾਂ ਦਾ ਧਿਆਨ ਇੱਧਰ ਹੀ ਹੈ, ਗਾਂਧੀ ਨਗਰ ਵੱਲ, ਅਹਿਮਦਾਬਾਦ ਵੱਲ, ਸਾਰੇ ਏਰੀਆ ਵੱਲ। ਉਹਨਾਂ ਨੂੰ ਪਤਾ ਕਿ ਡਿਵੈਲਪਮੈਂਟ ਕਿੱਦਾਂ ਕਰਨੀ ਹੈ, ਇੱਥੇ ਕੀ ਮਸ਼ੀਨਰੀ ਚਾਹੀਦੀ ਹੈ, ਹਾਂਜੀ, ਕਿੰਨਾ ਪੈਸਾ ਚਾਹੀਦਾ ਹੈਗਾ। ਇਹਦੇ ਤੋਂ ਜੇ ਊਣੇ ਰਹਿਣਗੇ, ਦੂਰ ਰਹਿਣਗੇ, ਉਹ ਉੱਥੇ ਉਹ ਸਟੇਟ ਰਹਿਣਗੇ, ਉਹ ਸੂਬੇ ਰਹਿਣਗੇ ਜਿੱਥੇ ਇਹਨਾਂ ਦੀ ਸਰਕਾਰ ਨਹੀਂ। ਝੋਲੀਆਂ ਵੰਡ ਕੇ ਉੱਥੇ ਡੁੱਲਣਗੀਆਂ, ਉੱਥੇ ਪੈਣਗੀਆਂ। ਜਦੋਂ ਕਿ ਮੋਦੀ ਸਾਹਿਬ ਖੁਦ ਆ ਕੇ ਹਿਮਾਚਲ 'ਚ ਆਇਆ, ਇੱਥੇ ਇਹਨਾਂ ਨੇ ਬੁਛਾਰ ਕਰ ਦਿੱਤੀ ਸੀ, ਝੜੀ ਲਾਤੀ ਸਹੂਲਤਾਂ ਦੀ, ਔਰ ਲੋਕਾਂ ਨੇ ਸ਼ਾਇਦ ਇਹ ਗੱਲ ਨਹੀਂ ਮੰਨੀ, ਔਰ ਉਹਨਾਂ ਨੂੰ ਮੈਜੋਰਟੀ ਨਹੀਂ ਮਿਲੀ। ਮੈਜੋਰਟੀ ਮਿਲ ਗਈ ਫਿਰ ਜਾ ਕੇ ਕਾਂਗਰਸ ਨੂੰ। ਔਰ ਦੂਜੇ ਪਾਸੇ ਦਿੱਲੀ ਦੀਆਂ ਮਿਊਨਿਸਪਲ ਕਾਰਪੋਰੇਸ਼ਨ 'ਚ ਤੇ ਲੈ ਗਏ ਜਿਹੜੇ ਆਪ ਵਾਲੇ, ਕਿਉਂਕਿ ਉੱਥੇ ਆਪ ਦਾ ਰਾਜ ਹੈ। ਇਸ ਕਰਕੇ ਵੀ ਹੁੰਦਾ, ਕਿਉਂਕਿ ਜਿਹੜੀਆਂ ਫੇਸ ਟੂ ਫੇਸ ਗੱਲਾਂ ਹੁੰਦੀਆਂ ਹੋਰ ਹੁੰਦੀਆਂ, ਡੋਰ ਟੂ ਡੋਰ ਜਾਣਾ ਹੋਰ ਗੱਲ ਹੁੰਦੀ ਹੈ। ਵੀਡੀਓ ਦਾ ਯੁੱਗ ਜਿਹੜਾ ਹੈਗਾ, ਵੀਡੀਓ ਵੇਖ ਕੇ ਲੋਕਾਂ ਨੂੰ ਉਹਨਾਂ ਯਕੀਨ ਨਹੀਂ ਹੁੰਦਾ। ਜੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰਨ ਤਾਂ 8 ਮਹੀਨਿਆਂ 'ਚ ਉਹ ਗੱਲ ਨਹੀਂ ਹੋ ਸਕਦੀ, ਤਾਂ ਨਾ ਉਹ ਮੰਨਣਗੇ ਜੋ ਕੁਛ ਉਹਨਾਂ ਨੇ ਉੱਥੇ ਦੱਸਿਆ। ਕਿਉਂਕਿ ਭਗਵੰਤ ਮਾਨ ਜੀ ਰੋਜ਼ ਹੈਲੀਕਾਪਟਰ ਲੈ ਕੇ ਜਾਂਦੇ ਰਹੇ ਉੱਥੇ, ਅਮਲਾ ਫੈਲਾ ਲੈ ਕੇ ਜਾਂਦੇ ਰਹੇ, ਮੰਤਰੀ ਲੈ ਕੇ ਜਾਂਦੇ ਰਹੇ। ਬਣਦਾ ਹੁੰਦਾ ਕੰਪੇਨ ਜਦੋਂ ਸ਼ੁਰੂ ਹੁੰਦੀ ਆ, ਕਿਉਂਕਿ ਅਜੇ ਇਹਨਾਂ ਨੂੰ ਬਹੁਤ ਟਾਈਮ ਲੱਗੂਗਾ।
ਇਹਦੇ ਵਿੱਚ ਨੈਸ਼ਨਲ ਪਾਰਟੀ ਬਣ ਲਈ। 2 ਪਾਰਟੀਆਂ ਤਾਂ ਰਹਿਣਗੀਆਂ। ਦੂਜੇ ਪਾਸੇ ਰਾਹੁਲ ਗਾਂਧੀ ਨੇ ਜਿਹੜੀ ਭਾਰਤ ਜੋੜੋ ਯਾਤਰਾ ਕੀਤੀ ਹੈ ਉਹਦਾ ਵੀ ਬੈਨੀਫਿਟ ਜਾਂਦਾ ਵਾ ਲੋਕਾਂ ਨਾਲ ਫੇਸ ਟੂ ਫੇਸ ਜਾਣ ਨਾਲ, ਮਿਲਣ ਨਾਲ। ਹੁਣ ਪੰਜਾਬ 'ਚ ਆ ਵੜਨਾ, ਉਹਨਾਂ ਨੂੰ ਪੰਜਾਬ 'ਚ ਆ ਰਹੇ ਆ, ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਨਗੇ। ਰਾਜਾ ਵੜਿੰਗ ਨੇ ਖੁਦ ਇਹ ਮੰਨਿਆ ਇਸ ਗੱਲ ਨੂੰ ਕਿ ਜੋ ਕੁਛ ਅਸੀਂ ਕੁਛ ਕਰਦੇ ਰਹੇ ਹਾਂ, ਜੋ ਕੁਛ ਅਸੀਂ ਪਿਛਲੀਆਂ ਸਰਕਾਰਾਂ ਨਾਲ ਕੀਤਾ, ਹਾਲਾਂਕਿ ਪੰਜਾਬ ਦੇ ਵਿੱਚ ਖੱਖੜ ਖਈਆ ਪਿਆ ਰਿਹਾ, ਰੌਲਾ ਰਿਹਾ ਵੀ ਆ, ਡਾਂਗ ਸੋਟਾ ਹੋਇਆ ਇਹਨਾਂ ਦਾ ਆਪਸ 'ਚ, ਪਰ ਉਹਨਾਂ ਨੇ ਕਿਹਾ ਕਿ ਹਿਮਾਚਲ 'ਚ ਸ਼ਾਂਤ ਰਿਹਾ। ਸ਼ਾਂਤੀ ਦੇ ਵਿੱਚੋਂ ਹੀ ਇਹਨਾਂ ਨੇ ਆਪਣੀ ਅਗਲੀ ਵਜ਼ਾਰਤ ਕੱਢ ਲਈ, ਆਪਣਾ ਮੁੱਖ ਮੰਤਰੀ ਬਣਾ ਲੈਣਗੇ। ਔਰ ਇਹ ਤੋਂ ਪਹਿਲਾਂ ਇਹ ਇਤਿਹਾਸ ਸਿਰਜ ਲੈਂਦੇ ਨੇ ਜਿੱਥੇ ਵੀ ਜਾਂਦੇ ਆ, ਪੁਰਾਣੀ ਪਾਰਟੀ ਆ, ਔਰ ਇਹਦੇ ਨਾਲ ਬੜਾ ਫਾਇਦਾ ਹੋਊਗਾ ਨੈਸ਼ਨਲ ਤੌਰ 'ਤੇ। ਉਹਦੇ ਵਿੱਚ ਸੋਨੀਆ ਗਾਂਧੀ ਨੇ ਵੀ ਵਧਾਈ ਦਿੱਤੀ ਸਾਰਿਆਂ ਨੂੰ, ਨੱਚੇ ਗਾਏ, ਭੰਗੜੇ ਪਾਏ, ਉਹਨਾਂ ਨੇ ਬੜਾ ਕੁਝ ਕੀਤਾ। ਔਰ ਇਹਦੇ ਲਈ ਵੱਡੀ ਅਰਦਾਸ ਉਹਨਾਂ ਦੇ ਲਈ ਕਿ ਉਹ ਵੀ ਇੱਕ ਨਾਲ ਦੀ ਪਾਰਟੀ ਜਿਹੜੀ ਹੈਗੀ ਆ ਇਸ ਵੇਲੇ ਤਖਤ 'ਤੇ ਬੈਠੀ ਉਹਦੇ ਬਰਾਬਰ ਦੀ ਪਾਰਟੀ ਹੋਵੇ, ਤਾਂ ਕਿ ਲੋਕਾਂ ਦੇ ਵਿਕਾਸ ਵਿੱਚ ਇਹ ਮੋਹਰੀ ਹੋਣ। ਬਿਲਕੁਲ ਜੀ, ਮੋਹਰੀ ਹੋਣ, ਕਿਉਂਕਿ ਕੁੱਲ ਮਿਲਾ ਕੇ ਗੱਲ ਤਾਂ ਇੱਥੇ ਬਣਦੀ ਹੈ ਨਾ ਕਿ ਜਨਤਾ ਵਾਸਤੇ ਕਰਦੇ ਕੀ ਪਏ ਨੇ। ਸਹੀ ਗੱਲ, ਠੀਕ ਹੈ ਨਾ, ਕਿਉਂਕਿ ਜਨਤਾ ਨੂੰ ਫੈਸਿਲਿਟੀਆਂ ਚਾਹੀਦੀਆਂ ਨੇ। ਜੇ ਭਾਜਪਾ ਨੂੰ ਇੰਨੀ ਜ਼ਿਆਦਾ ਉੱਥੋਂ ਜਿੱਤ ਦੀ ਆਸ ਹੁੰਦੀ ਹੈ ਔਰ ਜਿੱਤਦੀ ਵੀ ਹੈ ਔਰ ਇਤਿਹਾਸ ਸਿਰਜਦੀ ਹੈ, ਤਾਂ ਇਹ ਲੋਕਾਂ ਦੇ ਸਿਰ ਦੇ ਉੱਤੇ ਹੀ ਹੈ। ਬਿਲਕੁਲ, ਲੋਕਾਂ ਦੇ ਸਦਕਾ ਹੀ ਇਹ ਸਭ ਇਤਿਹਾਸ ਸਿਰਜੇ ਜਾਂਦੇ ਨੇ, ਕੰਮ ਕਰਦੇ ਹਨ ਲੋਕਾਂ ਦੇ ਤਾਦੀ ਹੈ। ਬਿਲਕੁਲ ਸਹੀ ਗੱਲ ਹੈ। ਸੋ ਆਮ ਆਦਮੀ ਪਾਰਟੀ ਖੈਰ ਇੱਕ ਥਾਂ ਦੇ ਉੱਤੇ ਤੇ ਕੇਜਰੀਵਾਲ ਜੀ ਆਪਣੇ ਕਾਰਕੁਨਾਂ ਨੂੰ ਵਧਾਈ ਵੀ ਦੇ ਰਹੇ ਨੇ ਕਿ ਸਾਡੀ ਪਾਰਟੀ ਜਿਹੜੀ ਹੈ ਕੌਮੀ ਪਾਰਟੀ ਬਣ ਗਈ ਹੈ। ਗੁਜਰਾਤ ਦੇ ਲੋਕਾਂ ਨੇ ਸਾਨੂੰ ਕਾਫੀ ਜ਼ਿਆਦਾ ਸਪੋਰਟ ਦਿੱਤਾ। ਦਿੱਲੀ ਜਿੱਤੇ ਆ ਨਾ, ਉਹਨਾਂ ਨੇ ਕਹਿਤਾ ਅਗਲਾ ਚਮਤਕਾਰ ਇਹ ਦੇਖਿਓ, ਇਹ ਮਿਰਾਕਲ ਹੋਏਗਾ, ਵੇਖਿਓ ਕਿ ਜਦੋਂ ਅਸੀਂ ਗੁਜਰਾਤ ਚੋਂ ਹੀ ਲੈ ਜਾਵਾਂਗੇ ਔਰ ਇਹਦੇ ਵਿੱਚ ਦੂਜੇ ਪਾਸੇ ਹਿਮਾਚਲ 'ਚੋਂ ਵੀ ਲੈ ਜਾਵਾਂਗੇ। ਜਦੋਂ ਕਿ ਗੁਜਰਾਤ 'ਚ ਤਾਂ ਖਾਤਾ ਨਹੀਂ ਖੋਲ੍ਹ ਸਕੇ, ਹਿਮਾਚਲ 'ਚ ਜਿਹੜੀਆਂ 2-4% ਆਈਆਂ ਇਹਦੇ ਵਿੱਚ ਇੰਨਾ, ਕਿਉਂਕਿ ਅਜੇ ਇਹ ਜ਼ਮੀਨ ਲੈਵਲ 'ਤੇ ਹੈਗੀ ਹੈ, ਇਹ ਦੂਜੇ ਲੈਵਲ 'ਤੇ ਨਹੀਂ ਆਈ। ਕਿਉਂਕਿ ਇਸ ਕਰਕੇ ਨਹੀਂ ਆਈ ਕਿਉਂਕਿ ਹਿਮਾਚਲ ਦੇ ਲੋਕਾਂ ਨੂੰ ਉਹ ਕੋਈ ਸਰੋਕਾਰ ਨਹੀਂ ਕਿ ਪੰਜਾਬ 'ਚ ਕੀ ਹੋ ਰਿਹਾ, ਉਹਨਾਂ ਨੂੰ ਇਹ ਸਰੋਕਾਰ ਹੈਗਾ ਕਿ ਗੁਜਰਾਤ ਔਰ ਹਿਮਾਚਲ ਦੇ ਵਿੱਚ ਕੀ ਕਰਨਗੇ ਤੇ ਕੀ ਕਰ ਸਕਦੇ ਆ, ਹੈ ਨਾ। ਐਗਜ਼ੈਕਟਲੀ ਕੀ ਕਰ ਸਕਦੇ ਨੇ ਜ਼ਿਆਦਾ ਇੰਪੋਰਟੈਂਟ ਹੈ। ਔਰ ਐਮਸੀਡੀ ਦੀਆਂ ਦਿੱਲੀ ਦੀਆਂ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ ਜਿੱਤ ਲਈਆਂ, ਉਹ ਠੀਕ ਹੈ, ਇੱਕ ਵੱਖਰੀ ਗੱਲ ਹੈ ਕਿਉਂਕਿ ਦਿੱਲੀ ਦੇ ਵਿੱਚ ਬੈਠੇ ਹੋਏ ਨੇ। ਉੱਥੇ ਕੇਜਰੀਵਾਲ ਸਾਹਿਬ ਬੈਠੇ ਨੇ, ਉਹਨਾਂ ਨੇ ਲੋਕਾਂ ਨੂੰ ਵਿਸ਼ਾਰ ਕਰ ਦਿੱਤੀ ਸਹੂਲਤਾਂ ਦੀ, ਉਹਦੇ ਵਿੱਚ ਪਾਣੀ ਮੁਹੱਈਆ ਕਰ ਦਿੱਤਾ, ਉਹਦੇ ਵਿੱਚ ਲੋਕਾਂ ਦੇ ਲਈ ਪੜ੍ਹਾਈ ਦਾ ਕੰਮ ਕਰ ਦਿੱਤਾ, ਕਿਤਾਬਾਂ ਦਾ, ਕਈ ਕੁਛ ਜੋ ਕੁਛ ਲੋਕ ਚਾਹੁੰਦੇ ਨੇ ਕੀਤਾ, ਲੋਕ ਖੁਸ਼ ਨੇ। ਦੇਖਿਆ ਜਾਵੇ ਨਾ ਪੰਜਾਬ ਦੀ ਧਰਤੀ ਤੇ ਵੀ ਆਮ ਆਦਮੀ ਪਾਰਟੀ ਨੂੰ ਜਿੱਤ ਤਾਂ ਹਾਸਲ ਹੋਈ ਹੈ ਕਿਉਂਕਿ ਕਾਂਗਰਸ ਤੋਂ ਤੇ ਬੀਜੇਪੀ ਤੋਂ ਅੱਕੇ ਹੋਏ ਸੀ ਲੋਕ, ਤਾਂ ਮੂੰਹ ਮੋੜ ਲਿਆ ਉਹਨਾਂ ਨੇ। ਤਾਂ ਹੀ ਉਹ ਚਾਹੁੰਦੇ ਸੀ ਕਿ ਕੁਝ ਨਵਾਂ ਉਹ ਲੀਡਰ ਅਜ਼ਮਾਇਆ ਜਾਵੇ, ਫਿਰ ਰੋਜ਼ਨਾ ਲੱਗਣ ਨਵੇਂ ਲੀਡਰ ਆਉਣ। ਉਹਨਾਂ ਨੇ ਲੋਕਾਂ ਨੇ ਜਦੋਂ ਵੋਟਾਂ ਪਈਆਂ ਨਾ ਆਪ ਲਈ ਸਾਰਾ ਕੁਝ, ਜਦੋਂ ਪਾਰਟੀ ਮੁਹਿੰਮ ਚੱਲੀ ਹੈ, ਲੋਕਾਂ ਨੇ ਨੁਮਾਇੰਦਾ ਨਹੀਂ ਵੇਖਿਆ, ਐਮਐਲਏ ਨਹੀਂ ਵੇਖਿਆ, ਝਾੜੂ ਵੇਖਿਆ। ਇਸ ਕਰਕੇ ਵੇਖਿਆ ਕਿ ਪਾਰਟੀ ਨੂੰ ਪਾ ਦਿਓ। ਔਰ ਦੇਖੋ ਇੱਕ ਸੋਚ ਨਾਲ ਚੱਲਿਆ ਪੰਜਾਬ। ਪੰਜਾਬੀ ਜਦੋਂ ਜੁਆਇੰਟ ਹੁੰਦੇ ਆ, ਜਦੋਂ ਏਕਤਾ ਇਹਨਾਂ 'ਚ ਹੁੰਦੀ ਹੈ, ਬੜੀ ਹੁੰਦੀ ਹੈ। ਜਦੋਂ ਲੜਦੇ ਆ, ਜਦੋਂ ਅੱਡੋ ਫੱਟੀ ਹੁੰਦੀ ਹੈ, ਉਦੋਂ ਵੀ ਪਤਾ ਨਹੀਂ ਲੱਗਦਾ ਇਹਨਾਂ ਦਾ ਕਿਹੜੇ ਵੇਲੇ ਲੜ ਕੇ ਕਦੋਂ ਗੁੱਥਮ ਗੁੱਥਾ ਹੋ ਕੇ ਇੱਕ ਦੂਜੇ ਤੋਂ ਦੂਰ ਵੀ ਹੋ ਜਾਂਦੇ ਆ। ਜਦੋਂ ਪਿਆਰ ਮੁਹੱਬਤ ਕਰਦੇ ਉਹਦਾ ਵੀ ਇੱਕ ਵੱਡੀ ਐਗਜ਼ਾਮਪਲ ਹੈ ਇਸ ਜਿਹੜੀ ਇਲੈਕਸ਼ਨ ਤੋਂ। ਜਦੋਂ ਇਹਨਾਂ ਇਲੈਕਸ਼ਨ 'ਚ 12 ਸੀਟਾਂ ਦੇ ਦਿੱਤੀਆਂ, ਇੱਕ ਬੰਦੇ ਦਾ ਕੰਮ ਨਹੀਂ, 2 ਬੰਦੇ ਦਾ ਕੰਮ ਨਹੀਂ, ਤੇ 4 ਬੰਦਿਆਂ ਦਾ ਨਹੀਂ, ਬੀਬੀਆਂ ਵੀ ਉੱਥੇ ਆ ਗਈਆਂ ਤੇ ਵੱਡੇ ਲੋਕ ਵੀ ਆ ਗਏ, ਜਿਹੜੇ ਜਿਨ੍ਹਾਂ ਦੇ 18 ਸਾਲ ਦੇ ਜਵਾਨ ਵੀ ਆ ਗਏ, ਜਿਹੜੇ ਨੌਜਵਾਨ। ਔਰ ਦੇਖੋ ਕੇਜਰੀਵਾਲ ਜੋ ਐਕਸਪਰਟ ਮੰਨਦੇ ਨੇ, ਮਾਹਿਰ ਮੰਨਦੇ ਨੇ ਕਿ ਕੇਜਰੀਵਾਲ ਸੰਨ 2024 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਨੇ ਮੋਦੀ ਜੀ ਨੂੰ ਹਰਾ ਕੇ। ਤੇ ਆਮ ਆਦਮੀ ਪਾਰਟੀ ਇਸੇ ਕੋਸ਼ਿਸ਼ 'ਚ ਲੱਗੀ ਹੋਈ ਹੈ ਔਰ ਇਸੇ ਵਾਸਤੇ ਪੰਜਾਬ ਦਾ ਇਸਤੇਮਾਲ ਹੋ ਰਿਹਾ। ਪੰਜਾਬ ਨੂੰ ਸਟੈਪਿੰਗ ਸਟੋਨ ਵਜੋਂ ਵਰਤਿਆ ਜਾ ਰਿਹਾ, ਪੰਜਾਬ ਦੇ ਖਜ਼ਾਨੇ ਨੂੰ ਇਸੇ ਕਰਕੇ ਲੁਟਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਿੱਸੇ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰ ਸਕਣ ਸੰਨ 2024 ਦੇ ਵਿੱਚ। ਹੁਣ ਗੁਜਰਾਤ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਤੇ ਜਾਦੂ ਨਹੀਂ ਚੱਲਿਆ ਔਰ ਕਿਉਂਕਿ ਮਾਹਿਰ ਮੰਨਦੇ ਨੇ ਕਿ ਕਮ ਸੇ ਕਮ 20 ਸਾਲ ਚਾਹੀਦੇ ਨੇ ਤੁਹਾਨੂੰ ਉਸ ਮੁਕਾਮ ਤੇ ਪਹੁੰਚਣ ਵਾਸਤੇ। ਇੰਨੀਆਂ ਪੁਰਾਣੀਆਂ ਪਾਰਟੀਆਂ 2024 ਦੀਆਂ ਇਲੈਕਸ਼ਨ 'ਚ 1 ਸਾਲ ਦੇ ਵਿੱਚ ਇੰਨਾ ਕੁਝ ਨਹੀਂ ਕਰ ਲੈਣਗੇ ਕਿ ਅਰਸ਼ਾਂ ਨੂੰ ਹੱਥ ਲਾ ਦੇਣਗੇ, ਕਿਉਂਕਿ ਲੋਕਾਂ ਨੂੰ ਪਤਾ ਹੋਊਗਾ ਕਿ ਜੇ ਐਗਜ਼ਾਮਪਲ ਤਾਂ ਪੰਜਾਬ ਹੀ ਬਣਨਾ, ਜਿੱਥੇ ਵੀ ਬਣੂਗਾ ਨਾ ਪੰਜਾਬ ਦੇ ਵਿੱਚੋਂ ਵੇਖਣਗੇ ਵੀ ਕੀ ਹੋ ਰਿਹਾ ਔਰ ਕਿੰਨਾ ਕੁਝ ਕਰ ਦਿੱਤਾ। ਕੰਪੈਰੇਟਿਵਲੀ ਦੂਜੀਆਂ ਪਾਰਟੀਆਂ ਦੇ ਨਿਸਬਤ ਵੀ ਵੇਖਣਗੇ, ਪਰ ਜਿਹੜੀ ਇਸ ਵੇਲੇ ਮੌਜੂਦਾ ਪਾਰਟੀ ਹੈ ਕੀ ਕਰ ਰਹੀ ਹੈ ਉਹਦੇ ਆਧਾਰ 'ਤੇ ਹੀ ਸਾਰਾ ਕੁਝ ਹੋਣਾ। ਤਦ ਇਹਨਾਂ ਨੂੰ ਨੈਸ਼ਨਲਾਈਜ਼ ਪਾਰਟੀ ਬਣਨ ਦਾ ਰੁਤਬਾ ਹਾਸਲ ਹੋਣਾ, ਨਹੀਂ ਤਾਂ ਨਹੀਂ ਹੋਣਾ। ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਗੱਲਾਂ ਨਾਲ ਨਹੀਂ ਬਣਿਆ ਜਾਂਦਾ, ਇਹ ਲੋਕਾਂ ਦੇ ਕੰਮਾਂ ਨਾਲ ਬਣਿਆ ਜਾਂਦਾ। ਸੋ ਇਹ ਵੀ ਹੋ ਸਕਦਾ ਬਲਕਾਰ ਜੀ ਕਿ ਲੋਕਾਂ ਨੇ ਸੋਚਿਆ ਹੋਵੇ ਜੇ ਗੁਜਰਾਤ ਵਿੱਚ ਜਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਸਰਕਾਰ ਤਾਂ ਦਿੱਲੀ ਤੋਂ ਚੱਲਣੀ ਹੈ, ਸੁਪਰ ਸੀਐਮ ਤੇ ਕੇਜਰੀਵਾਲ ਜੀ ਹੋਣਗੇ ਤੇ ਅੱਗੇ ਸੀਐਮ ਜਿਵੇਂ ਪੰਜਾਬ ਵਿੱਚ ਮਾਹਿਰ ਮੰਨਦੇ ਨੇ ਉਹ ਰਾਘਵ ਚੱਡਾ ਹੋਣਗੇ ਤੇ ਅੱਗੇ ਜਿਹੜੇ ਉੱਥੇ ਥਾਪੇ ਜਾਣਗੇ ਸੀਐਮ ਉਹ ਡਿਪਟੀ ਸੀਐਮ ਹੋਣਗੇ। ਸ਼ਾਇਦ ਇਸੇ ਤਰ੍ਹਾਂ ਹੀ ਚੱਲੇ ਜਿਵੇਂ ਪੰਜਾਬ ਦੇ ਅੰਦਰ ਚੱਲਦਾ ਪਿਆ। ਇਸ ਕਰਕੇ ਵੀ ਹੋ ਸਕਦਾ ਇਹ ਇੱਕ ਨੈਗੇਟਿਵ ਪੁਆਇੰਟ ਗਿਆ ਹੋਏ ਤੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਖੈਰ ਅਸੀਂ ਵੈਸੇ ਗੱਲ ਤਾਂ ਠੀਕ ਹੋ ਗਿਆ, ਜਿਹੜਾ ਮਲਟੀ ਪਾਰਟੀ ਸਿਸਟਮ ਹੈਗਾ ਨਾ ਲੋਕਤੰਤਰ 'ਚ, ਇੰਡੀਆ ਦੇ ਸੰਵਿਧਾਨ ਦੇ ਵਿੱਚ,
ਉਹਦਾ ਤਾਂ ਪੂਰਾ ਕੰਮ ਹੋ ਗਿਆ, ਕਿਉਂਕਿ ਤੀਜਾ ਇੱਕ ਫਰੰਟ ਚਾਹੀਦਾ ਸੀ, ਉਹ ਆ ਗਿਆ ਫਰੰਟ, ਉਹਨਾਂ ਨੇ ਵੇਖ ਲਿਆ। ਪਰ ਹੁਣ ਇਹਨੂੰ ਸਟਰਗਲ ਕਰਨੀ ਪੈਣੀ ਹੈ, ਸੰਘਰਸ਼ ਕਰਨਾ ਪੈਣਾ, ਇਹਦੇ ਆਧਾਰ 'ਤੇ ਸਾਰਾ ਕੁਝ ਹੋਊਗਾ। ਜੇ ਅੱਜ ਇਹ ਸੁਪਨੇ ਨਾਲ ਹੀ ਕਰ ਦੇਣਗੇ ਕਿ ਜਿਸ ਤਰ੍ਹਾਂ ਅਸੀਂ ਖੱਬੇ ਹੱਥ ਨਾਲ ਇਲੈਕਸ਼ਨ ਲੜ ਕੇ ਤੇ ਸਾਰਾ ਕੁਝ ਕਰਕੇ ਪੰਜਾਬ 'ਚ ਆਪਣੀ ਵਜ਼ਾਰਤ ਬਣਾ ਲਈ ਹੈ, ਇਹ ਅਜੇ ਦੂਰ ਦੀਆਂ ਗੱਲਾਂ। ਜੇ ਅਸੀਂ ਆਪਾਂ ਅਮਰੀਕਾ ਦੀ ਤਾਂ ਜਦੋਂ ਗੱਲ ਕੈਨੇਡਾ ਦੀ ਕਰਦੇ ਹਾਂ, ਉੱਥੇ ਵੀ ਪੰਜਾਬੀਆਂ ਨੇ ਮਾਰ ਕੇ ਮਾਰਿਆ, ਸਾਰਾ ਕੁਝ ਕੀਤਾ ਵਾ। ਔਰ ਇਹਦੇ ਨਾਲ ਹੁਣ ਰਹੀ ਗੱਲ 2024 ਦੀ ਜਿਹੜੀ ਇਲੈਕਸ਼ਨ ਆਉਣੀ ਆ, ਉਹਦੇ ਵਿੱਚ ਜੇ ਅਸੀਂ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ ਤਾਂ ਮੋਦੀ ਸਾਹਿਬ ਵੀ ਤਾਂ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣੇ। ਉਹਦੇ ਨਾਲ ਜਿਹੜੇ ਵੀ ਅਡਵਾਨੀ ਸਾਹਿਬ ਬੜੇ ਪੁਰਾਣੇ ਲੀਡਰ ਸੀਗੇ, ਹੈ ਨਾ, ਜਸਵੰਤ ਸਿੰਘ ਸਿਨਹਾ ਬੜੇ ਪੁਰਾਣੇ ਲੀਡਰ ਸੀ, ਉਹ ਇੱਥੋਂ ਤੱਕ ਨਹੀਂ ਆਏ। ਵਾਈਸ ਜਿਹੜੇ ਪ੍ਰਾਈਮ ਮਿਨਿਸਟਰ ਰਹੇ, ਮੁੱਖ ਮੰਤਰੀ ਰਹੇ ਆ ਅਡਵਾਨੀ, ਪਰ ਮੁੱਖ ਮੰਤਰੀ ਤੋਂ ਬਾਅਦ ਤੁਸੀਂ ਪ੍ਰਧਾਨ ਮੰਤਰੀ ਦੀ ਉਪਾਧੀ ਤੱਕ ਜਾਣਾ ਬੜਾ ਟਾਈਮ ਲੱਗਦਾ ਔਰ ਕੰਮ ਵੇਖਿਆ ਜਾਂਦਾ। ਔਰ ਇਹਦੇ ਵਿੱਚ ਕੋਈ ਪਤਾ ਨਹੀਂ ਲੋਕਾਂ ਦਾ ਜਿਹੜੀ ਬਹਾ ਕਿਸ ਪਾਸੇ ਆ ਜਾਂਦਾ, ਕਿਸ ਪਾਸੇ ਮੋੜ ਕੱਢ ਜਾਂਦਾ। ਤੇ ਇਹਦੇ ਵਿੱਚ ਇਹ ਵੀ ਡਿਪੈਂਡ ਕਰਦਾ ਨਾ ਬਲਕਾਰ ਜੀ ਕਿ ਤੁਹਾਨੂੰ ਬੈਕਅਪ ਕੌਣ ਕਰ ਰਿਹਾ, ਕੌਣ ਤੁਹਾਡੇ ਪਿੱਛੇ ਹੈ। ਹੁਣ ਆਮ ਆਦਮੀ ਪਾਰਟੀ ਹਜੇ ਇੰਨੇ ਪੱਕੇ ਪੈਰੀ ਨਹੀਂ ਹੈ ਕਿ ਗੁਜਰਾਤ ਤੇ ਹਿਮਾਚਲ ਦੀਆਂ ਚੋਣਾਂ ਜਿੱਤ ਲੈਂਦੀ। ਖੈਰ ਪੰਜਾਬ ਦੇ ਵਿੱਚ ਤੇ ਇੱਕ ਅਲੱਗ ਕੈਮਿਸਟਰੀ ਰਹੀ ਆ, ਆਪਾਂ ਨੂੰ ਅੱਗੇ ਵਧਣਾ ਚਾਹੀਦਾ। ਅੱਗੇ ਇਹ ਹੈ ਜੀ ਕਿ ਅੱਜ CM ਮਾਨ ਸਾਡੇ ਪੰਜਾਬ ਦੇ ਜਾ ਕੇ ਮਿਲ ਰਹੇ ਨੇ ਹੋਮ ਮਿਨਿਸਟਰ ਜੀ ਨੂੰ, ਜੋ ਭਾਰਤ ਦੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਨੂੰ, ਕਿਉਂਕਿ ਪੇਂਡੂ ਵਿਕਾਸ ਯੋਜਨਾ ਵਾਸਤੇ ਜਿਹੜੇ ਫੰਡ ਰੋਕ ਦਿੱਤੇ ਨੇ ਕੇਂਦਰ ਦੇ, ਜੋ ਪੰਜਾਬ ਦੇ ਹਿੱਸੇ ਆਉਣੇ ਨੇ, ਉਸ ਦੇ ਲਈ ਜਾ ਕੇ ਮੁਲਾਕਾਤ ਕਰਨੀ ਹੈ। ਹਾਂ, ਇਹਨਾਂ ਨੂੰ ਫੌਰੀ ਤੌਰ ਤੇ ਰੋਕੇ ਕੇਂਦਰ ਨੇ। ਉਹਦੇ ਵਿੱਚ ਪੀਯੂਸ਼ ਗੋਇਲ ਜੀ ਨੇ ਜਿਹੜੇ ਮੰਤਰੀ ਨੇ ਕੈਬਨਿਟ ਦੇ, ਔਰ ਨਾਲ ਅਮਿਤ ਸ਼ਾਹ ਜੀ ਜਿਹੜੇ ਗ੍ਰਹਿ ਮੰਤਰੀ ਆ, ਉਹਨਾਂ ਨੂੰ ਮਿਲਣ ਲਈ ਇਹਨਾਂ ਨੇ ਉਹਨਾਂ ਕੋਲ ਪਰਮਿਸ਼ਨ ਲੈ ਲਈ ਆ, ਅਪਾਇੰਟਮੈਂਟ ਲੈ ਲਈ ਹੈ, ਜਾ ਰਹੇ ਉੱਥੇ। ਔਰ ਉਹਦੇ ਵਿੱਚ ਇਹ ਕਰਨ ਕਿ ਉਹਦੇ ਵਿੱਚ ਪਤਾ ਕਿੰਨਾ ਹੈਗਾ ਮਾਮਲਾ, ਜਿਹੜਾ ਪੈਸਾ 2880 ਕਰੋੜ ਜਿਹੜੇ ਪੈਸੇ ਸੀ ਉਹਨਾਂ ਨੇ ਇੱਕਦਮ ਰੋਕ ਲਏ, ਉਹਨਾਂ ਵਿੱਚ ਨਹੀਂ ਦਿੱਤੇ, ਕਿ ਜਿਹਦੇ ਵਿੱਚ ਉਹ ਵਿਕਾਸ ਪਿੰਡਾਂ ਦਾ ਹੋਣਾ, ਉਹਦੇ ਵਿੱਚ ਗਲੀਆਂ ਨਾਲੀਆਂ ਪਿੰਡਾਂ ਦੇ, ਬਾਕੀ ਜਿਹੜੇ ਸੜਕਾਂ ਲਿੰਕ ਰੋਡ ਕਈ ਕੁਝ ਬਣਨਾ ਸੀਗਾ, ਉਹ ਹੁਣ ਉੱਥੇ ਦਾ ਉੱਥੇ ਰੁਕ ਗਿਆ। ਕਿਉਂਕਿ ਅੱਗੇ ਵੀ ਬਹੁਤ ਸੜਕਾਂ ਟੁੱਟੀਆਂ ਪਈਆਂ, ਸਿੰਗਲ ਰੋਡ ਜਿਹੜੀਆਂ ਉਹ ਅੱਗੇ ਖਸਤਾ ਹਾਲਤ 'ਚ ਹੈਗੀਆਂ। ਔਰ ਪਿੰਡਾਂ ਦੇ ਵਿਕਾਸ ਵਿੱਚ ਹੋਰ ਪੈਸਾ ਜਿਹੜਾ ਚਾਹੀਦਾ ਹੈਗਾ, ਪੰਜਾਬ ਦੇ ਖਜ਼ਾਨੇ ਨੂੰ ਤਾਂ ਅੱਗੇ ਹੀ ਉਸੇ ਤਰ੍ਹਾਂ ਦਾ ਖਾਲੀ ਪਿਆ, ਔਰ ਇਹਨਾਂ ਨੂੰ ਚਾਹੀਦਾ ਸੀ ਕਿ ਸੈਂਟਰਲ ਨੂੰ ਪੈਸਾ ਮਿਲਣਾ। ਪਰ ਇਹ ਪਹਿਲੀ ਗੱਲ ਹੈ ਕਿ ਜਦੋਂ ਕਿ ਪੰਜਾਬ ਦੇ ਖਾਤੇ ਵਿੱਚ ਪਾਉਣ ਲਈ ਪੈਸੇ ਉਹ ਇੱਕਦਮ ਮੁਨਕਰ ਹੋ ਗਏ ਕੇਂਦਰ, ਜਦੋਂ ਕਿ ਜਿੱਥੇ ਉਹਨਾਂ ਦੀ ਆਪਣੀ ਸਰਕਾਰਾਂ, ਉੱਥੇ ਤਾਂ ਪੈਸੇ ਦੀ ਕੋਈ ਘਾਟ ਨਹੀਂ ਰਹੀ, ਉੱਥੇ ਤਾਂ ਉਸੇ ਤਰ੍ਹਾਂ ਪੈਸਾ ਹੈ। ਸਾਡੇ ਨਾਲ ਦੇ ਸੂਬੇ ਹਰਿਆਣੇ 'ਚ ਫੰਡਾਂ ਦੀ ਘਾਟ ਨਹੀਂ, ਪੈਸਾ ਵਾਧੂ ਉੱਥੇ ਆ ਰਿਹਾ। ਔਰ ਪੰਜਾਬ ਦੇ ਵਿਕਾਸ ਲਈ, ਖਾਸ ਕਰਕੇ ਪਿੰਡਾਂ ਦੇ ਵਿਕਾਸ ਲਈ ਪੈਸਾ ਇੱਕ ਵੀ ਨਹੀਂ ਆਇਆ, ਇੱਕ ਪਾਈ ਨਹੀਂ ਉੱਥੋਂ ਆਇਆ, ਤੇ ਇਹਨਾਂ ਦੇ ਹੱਥ ਖਾਲੀ ਆ। ਇਸ ਕਰਕੇ ਹੁਣ ਪੰਚਾਇਤਾਂ ਜਿਹੜੀਆਂ, ਉਹਨਾਂ 'ਤੇ ਅੱਗੇ ਬੜੇ ਕੇਸ ਲੱਗੇ ਪਏ, ਜਿਹੜੇ ਪੁਰਾਣੀਆਂ ਪੰਚਾਇਤਾਂ ਸੀ ਉਹਨਾਂ ਦੇ ਦੂਜੀਆਂ ਵਜ਼ਾਰਤਾਂ ਦੇ ਟਾਈਮ 'ਤੇ, ਦੂਜੀਆਂ ਪਾਰਟੀਆਂ ਦੇ ਟਾਈਮ 'ਤੇ ਜਿਹੜੀ ਪੰਜਾਬ ਦੀਆਂ ਪੰਚਾਇਤਾਂ ਬਣੀਆਂ ਸੀਗੀਆਂ, ਹੁਣ ਇਹ ਪੈਸਾ ਇਹਨਾਂ ਨੂੰ ਕਿੱਥੋਂ ਆਊਗਾ? ਇਸੇ ਕਰਕੇ ਅੱਕੀ ਪਣਾ ਹੀ ਹੱਥ ਮਾਰ ਰਹੇ ਆ। ਤੇ ਭਗਵੰਤ ਮਾਨ ਜੀ ਨੇ ਆਪਣਾ ਫੌਰੀ ਦੌਰਾ ਦਿੱਲੀ ਕੇਂਦਰ ਨਾਲ ਮਿਲਣ ਲਈ ਉੱਥੇ ਉਹਨੇ ਸਮਝਿਆ ਕਿ ਮੈਂ ਜਾ ਕੇ ਉੱਥੇ ਇਹ ਮਨਾਊਂਗਾ ਉਹਨਾਂ ਨੂੰ। ਹੁਣ ਅਗਲੀ ਸਲਾਹ ਜਿਹੜੀ ਉਹਨਾਂ ਦੀ, ਹੁਣ ਫਿਰ ਮੋਦੀ ਸਾਹਿਬ ਨੂੰ ਪੁੱਛਣਾ ਕਿੰਨਾ ਪੈਸਾ ਆ ਰਿਹਾ। ਫਿਰ ਸੀਤਾਰਮਨ ਇਹਦੇ ਨਾਲ ਨੇ, ਬਜਟ ਉਹਨਾਂ ਕੋਲ, ਪੈਸਾ ਉਹਨਾਂ ਕੋਲ। ਤੀਜੀ ਗੱਲ ਪਤਾ ਕਿ ਸਰਦ ਰੁੱਤ ਦਾ ਸਮਾਗਮ ਚੱਲ ਰਿਹਾ ਹੁਣ, ਉਸ 'ਚ ਸਾਰੇ ਮੰਤਰੀ ਬਹਿੰਦੇ ਆ। ਮੈਂ ਉਹ 'ਚ ਜਿੱਥੇ ਬੈਨੀਫਿਟ ਉਹਨਾਂ ਦੇਣਾ, ਰਾਤੋਂ ਰਾਤ ਹੀ ਹੁੰਦਾ ਕਿ ਕਿਹੜੇ ਸੂਬੇ ਨੂੰ ਪੈਸਾ ਜਾਣਾ। ਹੁਣ ਇਹਨਾਂ ਦੇ ਪੱਲੇ ਕੀ ਪਊਗਾ, ਇਹ ਹੁਣ ਇਹ ਦੇਖਣ ਵਾਲੀ ਗੱਲ ਹੈ। ਚਲੋ ਦੇਖੋ ਕੀ ਪੈਂਦਾ, ਕਿਉਂਕਿ ਵਿਕਾਸ ਤੇ ਪੰਜਾਬ ਦਾ ਵੀ ਹੋਣਾ ਚਾਹੀਦਾ ਹੈ। ਖੈਰ ਆਪਾਂ ਹੁਣ ਚੱਲੀਏ ਤੇ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਡ USA TV ਸਬਸਕ੍ਰਾਈਬ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ।